ਅਸੀਂ ਹੁਣ ਲੇਵੀਆਂ ਦੇ 20ਵੇਂ ਭਾਵ ਦੇ ਵਿੱਚ ਪਹੁੰਚ ਚੁੱਕੇ ਸੀਗੇ। ਸੋ ਪ੍ਰਭੂ ਨੇ ਉਹਨਾਂ ਨੂੰ ਜਿਹੜੇ ਉਹਨਾਂ ਦੇ ਨਿਯਮ ਆ ਪ੍ਰਭੂ ਨੇ ਉਹਨਾਂ ਨੂੰ ਦਿੱਤੇ ਆ, ਜਿਨ੍ਹਾਂ ਦੇ ਅਨੁਸਾਰ ਉਹਨਾਂ ਨੇ ਜ਼ਿੰਦਗੀ ਬਿਤਾਉਣੀ ਆ। ਅਸੀਂ ਇਹ ਦੇਖਦੇ ਪਏ ਹਾਂ ਲਗਾਤਾਰ ਕਿ ਕਿਸ ਤਰ੍ਹਾਂ ਪ੍ਰਭੂ ਨੇ ਆਪਣਾ ਜੋ ਨੇਮ ਉਹ ਕਰਦਾ ਉਸ ਨੂੰ ਪੂਰਾ ਕਰਦਾ, ਪਰ ਅਧੂਰਾ ਜਿਹਾ ਨਹੀਂ, ਸੰਪੂਰਨਤਾ ਦੇ ਵਿੱਚ ਕਰਦਾ। ਪ੍ਰਭੂ ਨੇ ਕਿਸ ਤਰ੍ਹਾਂ ਇਹ ਕੌਮ ਇੱਕ ਉਸ ਇਨਸਾਨ ਤੋਂ ਪੈਦਾ ਕੀਤੀ ਹੈ ਜੋ ਵੱਡੀ ਉਮਰ ਦੇ ਵਿੱਚ ਆ, ਔਰ ਦੋਨੋਂ ਜਿਹੜੇ ਉਹਨਾਂ ਦੇ ਘਰ ਕੋਈ ਸੰਤਾਨ ਨਹੀਂ, ਔਰ ਪ੍ਰਭੂ ਨੇ ਉਸ ਨੂੰ ਕਿਹਾ ਸੀ ਮੈਂ ਤੇਰੀ ਸੰਤਾਨ ਨੂੰ ਬਹੁਤ ਵਧਾਊਂਗਾ, ਮੈਂ ਤੇਰੀ ਸੰਤਾਨ ਨੂੰ ਇੱਕ ਐਸੀ ਜਗ੍ਹਾ ਤੇ ਲੈ ਕੇ ਜਾਊਂਗਾ ਜਿੱਥੇ ਦੇ ਲੋਕ ਉਸ ਤੇ ਅਤਿਆਚਾਰ ਕਰਨਗੇ, ਪਰ ਮੈਂ ਉਹਨਾਂ ਦੀ ਗਿਣਤੀ ਵਧਾ ਕੇ ਮੈਂ ਉਹਨਾਂ ਨੂੰ ਲੈ ਕੇ ਆਊਂਗਾ। ਅੱਜ ਜਿਸ ਧਰਤੀ ਤੇ ਤੂੰ ਖੜਾ, ਇਹ ਸਾਰੀ ਧਰਤੀ ਮੈਂ ਉਹਨਾਂ ਨੂੰ ਦੇਵਾਂਗਾ। ਸੋ ਪ੍ਰਭੂ ਨੇ ਆਪਣਾ ਨਿਯਮ ਉਹਨਾਂ ਦੇ ਨਾਲ ਬੰਨਿਆ, ਔਰ ਹੁਣ ਉਸ ਨਿਯਮ ਦਾ ਅੱਧਾ ਹਿੱਸਾ ਪੂਰਾ ਹੋ ਚੁੱਕਾ, ਅੱਧਾ ਹਿੱਸਾ ਪੂਰਾ ਹੋਣ ਵਾਲਾ, ਹੁਣ ਉਹ ਰਸਤੇ ਦੇ ਵਿੱਚ। ਲੇਕਿਨ ਉਹ ਜਿੱਥੋਂ ਆ ਰਹੇ ਆ, ਉਹ ਉਹਨਾਂ ਦੀ ਜਿਹੜੀਆਂ ਉਹ ਵੀ ਤੇ ਉਹਨਾਂ ਦੀਆਂ ਜਿਹੜੀਆਂ ਸੰਤਾਨਾਂ ਵੀ ਆ ਗੁਲਾਮੀ ਦੇ ਵਿੱਚੋਂ ਆ ਰਹੀਆਂ। ਉਹਨਾਂ ਦੇ ਕੋਲ ਸਵਾਏ ਜੇ ਉਹਨਾਂ ਦੇ ਉੱਤੇ ਕੋਈ ਛੈਂਟਾ ਲਾ ਕੇ ਨਾ ਖੜਾ ਹੋਵੇ ਤੇ ਉਹਨਾਂ ਨੂੰ ਕੋਈ ਵਰਕ ਐਥਿਕਸ ਨਹੀਂ, ਕੋਈ ਕੁਛ ਨਹੀਂ ਉਹਨਾਂ ਨੂੰ ਪਤਾ, ਕੋਈ ਉਸ ਦੇਸ਼ ਦੇ ਕਾਨੂੰਨ ਉਹਨਾਂ ਤੇ ਲਾਗੂ ਨਹੀਂ ਹੁੰਦੇ, ਔਰ ਕੋਈ ਉਹਨਾਂ ਨੂੰ ਐਸੀ ਚੀਜ਼ ਉੱਥੇ ਨਹੀਂ ਮੁਹੱਈਆ ਸੀ ਜਿਸ ਦੇ ਨਾਲ ਉਹ ਕਹਿ ਸਕਣ ਕਿ ਭਾਈ ਆਹ ਮੇਰੇ ਰਾਈਟਸ ਆ ਤੇ ਆਹ ਮੇਰੇ ਹੱਕ ਆ ਇਸ ਮੁਲਕ ਦੇ ਵਿੱਚ, ਤੇ ਆਹ ਮੇਰੀਆਂ ਰਿਸਪੋਂਸਿਬਿਲਿਟੀਆਂ। ਕਾਨੂੰਨ ਕੀ ਹੁੰਦਾ? ਇਹੋ ਹੀ ਹੁੰਦਾ, ਆਹ ਮੇਰੇ ਹੱਕ ਆ, ਇੱਕ ਹੱਥ ਦੇ ਵਿੱਚ ਮੇਰੇ ਹੱਕ ਆ ਔਰ ਦੂਸਰੇ ਹੱਥ ਦੇ ਵਿੱਚ ਮੇਰੀਆਂ ਰਿਸਪੋਂਸਿਬਿਲਿਟੀਆਂ ਜਿਹੜੀਆਂ ਮੈਂ ਪੂਰੀਆਂ ਕਰਦਾ। ਇੱਦਾਂ ਦੀ ਕੋਈ ਚੀਜ਼ ਨਹੀਂ ਸੀ। ਸਿਰਫ ਉਹ ਸਵੇਰੇ ਉੱਠਦੇ ਸੀ ਔਰ ਉਹ ਜਾ ਕੇ ਇੱਟਾਂ ਬਣਾਉਂਦੇ ਸੀ ਤੇ ਸ਼ਾਮ ਨੂੰ ਆ ਕੇ ਰੋਟੀ ਖਾ ਲੈਂਦੇ ਸੀ, ਤਾਂ ਫਿਰ ਸਵੇਰ ਨੂੰ ਅਗਲੀ ਸਵੇਰ ਉਹੀ ਸੇਮ ਕੰਮ ਉਹ ਲਗਾਤਾਰ ਕਰਦੇ ਆ ਰਹੇ ਸੀ। ਲੇਕਿਨ ਹੁਣ ਇਹਨਾਂ ਨੇ ਦੇਸ਼ ਬਸਾਉਣਾ ਹੈ। ਸੋ ਹੁਣ ਪ੍ਰਭੂ ਰਸਤੇ ਦੇ ਵਿੱਚ ਉਹਨਾਂ ਨੂੰ ਟ੍ਰੇਨਿੰਗ ਦੇ ਰਿਹਾ, ਔਰ ਇਹ ਟ੍ਰੇਨਿੰਗ ਵੀ ਇੱਕ ਐਸੀ ਆ ਕਿ ਜਿੱਦਾਂ ਕਿ ਇੱਕ ਤਰ੍ਹਾਂ ਦਾ ਤੁਸੀਂ ਇਹ ਕਹਿ ਲਓ ਕਿ ਪ੍ਰਭੂ ਦੇ ਨਾਲ ਇੱਕ ਸੈਮੀਨਾਰ ਉਹਨਾਂ ਦਾ ਚੱਲਦਾ ਪਿਆ, ਜਿਸ ਦੇ ਵਿੱਚ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਲੀਡਰਸ਼ਿਪ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਆ, ਉਹਨਾਂ ਦੀਆਂ ਕੰਮਾਂ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਜ਼ਿੰਮੇਵਾਰੀਆਂ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਆ। ਫਿਰ ਪ੍ਰਭੂ ਉਹਨਾਂ ਨੂੰ ਇਹ ਸਿਖਾ ਰਿਹਾ ਕਿ ਕਿਸ ਤਰ੍ਹਾਂ ਤੁਹਾਡੀ ਜ਼ਿੰਦਗੀ ਵਿੱਚ ਪਵਿੱਤਰਤਾ ਹੋਣੀ ਚਾਹੀਦੀ, ਤੁਹਾਡੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਇੱਕ ਪ੍ਰਭੂ ਦਾ ਡਰ ਹੋਣਾ ਚਾਹੀਦਾ, ਕਿਸ ਤਰ੍ਹਾਂ ਤੁਸੀਂ ਆਪਣੇ ਭੈਣਾਂ ਭਰਾ ਜਿਹੜੇ ਜਿਨ੍ਹਾਂ ਦੇ ਵਿੱਚ ਤੁਸੀਂ ਰਹਿਣਾ, ਕਿੱਦਾਂ ਤੁਸੀਂ ਸ਼ੁੱਧਤਾ ਦੇ ਨਾਲ ਰਹਿਣਾ ਹੈ। ਮੇਰੇ ਨਾਲ ਤੁਹਾਡਾ ਰਿਸ਼ਤਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਤੁਹਾਡੇ ਮਾਂ-ਬਾਪ ਦੇ ਨਾਲ ਤੁਹਾਡਾ ਰਿਸ਼ਤਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਤੁਹਾਡੀ ਕਮਿਊਨਿਟੀ ਦੇ ਨਾਲ ਤੁਹਾਡਾ ਰਿਸ਼ਤਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਪ੍ਰਭੂ ਉਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਦੱਸਦਾ ਪਿਆ। ਸੋ ਅਸੀਂ ਹੁਣ ਇਹ ਦੇਖਦੇ ਜੋ ਲਗਾਤਾਰ ਆ ਰਹੇ ਹਾਂ, ਅਸੀਂ 20ਵੇਂ ਭਾਵ ਦੀ 22ਵੀਂ ਆਇਤ ਤੇ ਪਹੁੰਚ ਚੁੱਕੇ ਹਾਂ। ਆਓ ਅਸੀਂ 22 ਆਇਤ ਤੋਂ ਲੈ ਕੇ 27 ਆਇਤ ਤੱਕ ਜਿਸ ਨੂੰ ਮਿਲ ਜਾਏ ਉਹ ਪੜ੍ਹਦੇ ਹਾਂ। ਜੀ ਇਹ ਪੰਨਾ ਹੈਗਾ 168 ਪਾਸਿਓਂ। ਤੋ ਤੁਸੀਂ ਮੇਰੀਆਂ ਸਭ ਵਿਧੀਆਂ ਅਤੇ ਨਿਯਮਾਂ ਦੀ ਪਾਲਣਾ ਕਰਨਾ ਅਤੇ ਉਹਨਾਂ ਅਨੁਸਾਰ ਚੱਲਣਾ, ਤਾਂ ਜੋ ਉਹ ਧਰਤੀ ਆ ਰਹੇ ਤੁਹਾਨੂੰ ਬਾਹਰ ਭ੍ਰਸ਼ਟ ਨਾ ਕਰਨ। ਤੁਸੀਂ ਉਹਨਾਂ ਲੋਕਾਂ ਦੀਆਂ ਰੀਤਾਂ ਰਸਮਾਂ ਨਾ ਮੰਨਣਾ ਜਿਨ੍ਹਾਂ ਨੂੰ ਮੈਂ ਤੁਹਾਡੇ ਕੱਢ ਰਿਹਾ ਹਾਂ, ਕਿਉਂਕਿ ਉਹਨਾਂ ਸਭ ਨੂੰ ਘਿਰਣਾ ਕਰਨਾ। ਮੈਂ ਆਪਣੀ ਅਨੁਸਾਰ ਤੁਹਾਨੂੰ ਉਹਨਾਂ ਦੀ ਉਹ ਸੁੰਦਰ ਤੇ ਉਪਜਾਊ ਧਰਤੀ ਦੇਵਾਂਗਾ। ਮੈਂ ਪ੍ਰਭੂ ਤੁਹਾਡਾ ਪਰਮੇਸ਼ਵਰ ਹਾਂ, ਜਿਸ ਨੇ ਤੁਹਾਨੂੰ ਦੂਜਿਆਂ ਲੋਕਾਂ ਵਿੱਚੋਂ ਚੁਣਿਆ ਹੈ। ਇਸ ਲਈ ਤੁਸੀਂ ਸ਼ੁੱਧ ਤੇ ਅਸ਼ੁੱਧ ਵਿੱਚ ਫਰਕ ਰੱਖਣਾ, ਪਸ਼ੂਆਂ, ਪੰਛੀਆਂ ਤੇ ਧਰਤੀ ਦੇ ਕਿਸਰਨ ਵਾਲੇ ਜੀਵ ਜੰਤੂਆਂ ਵਿੱਚ। ਤੁਸੀਂ ਇਹਨਾਂ ਵਿੱਚੋਂ ਅਸ਼ੁੱਧ ਨੂੰ ਖਾ ਕੇ ਆਪਣੇ ਆਪ ਨੂੰ ਆਪ ਪਵਿੱਤਰ ਨਾ ਕਰਨਾ। ਸੋ ਤੁਸੀਂ ਪਵਿੱਤਰ ਰਹੋ, ਜਿਸ ਤਰ੍ਹਾਂ ਮੈਂ ਤੁਹਾਡਾ ਪ੍ਰਭੂ ਪਵਿੱਤਰ ਹਾਂ। ਮੈਂ ਹੀ ਤੁਹਾਨੂੰ ਦੂਜੇ ਲੋਕਾਂ ਵਿੱਚੋਂ ਆਪਣੇ ਹੋਣ ਦੇ ਲਈ ਚੁਣਿਆ ਹੈ। ਤੁਹਾਡੇ ਵਿੱਚੋਂ ਜੋ ਮਨੁੱਖ ਜਾਂ ਔਰਤ ਜਾਦੂ ਟੂਣਾ ਕਰੇ, ਉਸਨੂੰ ਪੱਥਰਾਂ ਨਾਲ ਮਾਰ ਕੇ ਮੌਤ ਦੀ ਸਜ਼ਾ ਦਿੱਤੀ ਜਾਵੇ। ਉਹ ਆਪ ਆਪਣੀ ਮੌਤ ਦੇ ਜ਼ਿੰਮੇਦਾਰ ਹੋਣਗੇ। ਸੋ ਪ੍ਰਭੂ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਖਾਦ ਖੁਰਾਕ ਦੇ ਨਿਯਮ ਦਿੱਤੇ ਕਿ ਤੁਸੀਂ ਕੀ ਖਾ ਸਕਦੇ ਆ, ਕੀ ਨਹੀਂ ਖਾ ਸਕਦੇ। ਸੋ ਪ੍ਰਭੂ ਕਹਿੰਦਾ
ਉਹਨਾਂ ਨਿਯਮਾਂ ਨੂੰ ਵੀ ਨਹੀਂ ਤੋੜਨਾ। ਫਿਰ ਤੁਹਾਡੇ ਵਿੱਚ ਜਿਹੜੀ ਤੁਹਾਡੀ ਉਪਾਸਨਾ ਆ ਉਹ ਸਿਰਫ ਮੇਰੇ ਤੱਕ ਹੋਣੀ ਚਾਹੀਦੀ ਆ। ਔਰ ਉਹ ਜਿਹੜੇ ਜਾਦੂ ਟੂਣਾ ਅਸੀਂ ਉਦੋਂ ਕਰਦੇ ਜਦੋਂ ਅਸੀਂ ਹਾਈਵੇ ਬਾਈਵੇ ਲੱਭਦੇ ਹੁੰਦੇ ਹਾਂ। ਹੋਰ ਕੋਈ ਰੀਜ਼ਨ ਨਹੀਂ ਹੁੰਦਾ। ਸਾਡੇ ਅੰਦਰ ਉਹ ਦੌੜ ਲੱਗੀ ਹੁੰਦੀ ਹੈ ਕਿ ਬਸ ਮੈਨੂੰ ਹੁਣੇ ਹੀ ਮਿਲ ਜਾਏ। ਉਹ ਕੰਮ ਤੁਸੀਂ ਨਹੀਂ ਕਰਨੇ। ਜਾਦੂਗਰਾਂ ਦੇ ਕੋਲ ਤੁਸੀਂ ਨਹੀਂ ਜਾਣਾ। ਔਰ ਅਗਰ ਕੋਈ ਉਹ ਜਾਦੂਗਰਾਂ ਦੇ ਜਾਂ ਤੁਹਾਡੇ ਵਿੱਚ ਕੋਈ ਜਾਦੂ ਟੂਣਾ ਕਰਦਾ ਹੋਵੇ, ਤੁਹਾਡੇ ਵਿੱਚ ਕੋਈ ਸਿਆਣਾ ਬਣ ਕੇ ਬਹਿ ਜਾਵੇ ਜਾਦੂ ਟੂਣਾ ਕਰਦਾ ਹੋਵੇ, ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਉਸਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਕਿਉਂ ਪ੍ਰਭੂ ਇਹਨਾਂ ਚੀਜ਼ਾਂ ਨੂੰ ਇਸ ਤਰ੍ਹਾਂ ਸਾਨੂੰ ਦੱਸਦਾ ਪਿਆ? ਕਿਉਂਕਿ ਜਿਹੜਾ ਪ੍ਰਭੂ ਦਾ ਤੰਬੂ ਉੱਥੇ ਬਣਿਆ ਆ ਨਾ, ਉਹ ਤੰਬੂ ਮਨੁੱਖ ਦੇ ਡਿਜ਼ਾਈਨ ਤੇ ਬਣਿਆ। ਜੋ ਅਸੀਂ ਮਾਨਵ ਹਾਂ, ਉਹਨਾਂ ਦੇ ਡਿਜ਼ਾਈਨ ਦੇ ਉੱਤੇ ਉਹ ਤੰਬੂ ਬਣਿਆ ਹੈ। ਔਰ ਉਸ ਤੰਬੂ ਦੇ ਅੰਦਰ ਜਿਸ ਤਰ੍ਹਾਂ ਕੋਈ ਅਪਵਿੱਤਰ ਚੀਜ਼ ਨਹੀਂ ਜਾਂਦੀ ਪਈ, ਉਸੇ ਤਰ੍ਹਾਂ ਪ੍ਰਭੂ ਇਸ ਤੰਬੂ ਦੇ ਲਈ ਕਹਿ ਰਿਹਾ। ਇਸ ਦੇ ਅੰਦਰ ਪ੍ਰਭੂ ਦੀ ਬੇਦੀ ਵੀ ਆ, ਇਸੇ ਦੇ ਅੰਦਰ ਪ੍ਰਭੂ ਦਾ ਧੂਫਦਾਨ ਆ, ਇਸੇ ਦੇ ਅੰਦਰ ਹੀ ਪ੍ਰਭੂ ਦਾ ਉਹ ਚਿਰਾਗ ਆ, ਇਸੇ ਦੇ ਅੰਦਰ ਹੀ ਉਹ ਸ਼ੋ ਬ੍ਰੈਡ ਦਾ ਜਿਹੜਾ ਟੇਬਲ ਰੱਖਿਆ ਉਹ ਹੋਈ ਆ। ਇਸ ਦੇ ਅੰਦਰ ਹੀ ਅਤ ਪਵਿੱਤਰ ਜਗ੍ਹਾ ਔਰ ਜਿੱਥੇ ਪ੍ਰਭੂ ਨੇ ਆਪਣੀ ਆਰਟ ਰੱਖੀ ਹੋਈ। ਕੱਲ ਨੂੰ ਅਸੀਂ ਥੋੜਾ ਜਿਹਾ ਪਿਕਚਰ ਦੇ ਵਿੱਚ ਉਸ ਨੂੰ ਦੇਖਾਂਗੇ, ਕਿਉਂਕਿ ਅਸੀਂ ਹੁਣ ਪਵਿੱਤਰ ਤੇ ਅਪਵਿੱਤਰ ਦੇ ਵਿੱਚ ਦੀ ਗੁਜ਼ਰਦੇ ਪਏ ਹਾਂ। ਕੱਲ ਨੂੰ ਅਸੀਂ ਉਸ ਚੀਜ਼ ਨੂੰ ਡਿਟੇਲ ਦੇ ਨਾਲ ਦੇਖਾਂਗੇ। ਸੋ ਪ੍ਰਭੂ ਇਹ ਚੀਜ਼ ਤਾਂ ਕਹਿ ਰਿਹਾ ਕਿ ਇਸ ਦੇ ਨਾਲ ਇਹ ਪ੍ਰਭੂ ਦਾ ਜਿਹੜਾ ਤੰਬੂ ਆ ਉਹ ਪਵਿੱਤਰ ਹੁੰਦਾ। ਇਹ ਪ੍ਰਭੂ ਦਾ ਤੰਬੂ ਜਿਸ ਦੇ ਵਿੱਚ ਉਸ ਦੀ ਹਜ਼ੂਰੀ ਆ ਕੇ ਸਾਡੇ ਨਾਲ ਵਾਸ ਕਰਦੀ। ਉਹ ਤੰਬੂ ਜਿਸ ਦੇ ਨਾਲ ਪ੍ਰਭੂ ਸਾਡੇ ਨਾਲ ਆ ਕੇ ਬੈਠਦਾ ਹੈ। ਉਸ ਤੰਬੂ ਦੀ ਗੱਲ ਹੋ ਰਹੀ ਹੈ। ਕਹਿੰਦਾ ਕਿ ਇਹ ਖਾ ਕੇ, ਇਹਨਾਂ ਚੀਜ਼ਾਂ ਨੂੰ ਖਾ ਕੇ ਆਪਣੇ ਆਪ ਨੂੰ ਭ੍ਰਸ਼ਟ ਨਾ ਕਰਨਾ। ਠੀਕ। ਔਰ ਅਸੀਂ ਦੇਖਿਆ ਸੀ ਕਿ ਉਹਨਾਂ ਦੇ ਵਿੱਚੋਂ ਬਹੁਤੀਆਂ ਚੀਜ਼ਾਂ ਜ਼ਹਿਰੀਲੀਆਂ, ਤਾਂ ਪ੍ਰਭੂ ਨੇ ਇਹ ਚੀਜ਼ਾਂ ਕਹੀਆਂ। ਔਰ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਆ ਜੋ ਗੰਦਗੀ ਖਾਂਦੇ ਆ, ਇਸ ਕਰਕੇ ਪ੍ਰਭੂ ਨੇ ਕਿਹਾ। ਔਰ ਉਹਨਾਂ ਦੇ ਵਿੱਚੋਂ ਉਹ ਵੀ ਚੀਜ਼ਾਂ ਸੀ ਜਿਹੜੇ ਮਰੇ ਜਾਨਵਰ ਦਾ ਮਾਸ ਖਾਂਦੀਆਂ, ਜਿਹੜੇ ਬੇਸਿਕਲੀ ਪ੍ਰਭੂ ਦਾ ਇਸ ਧਰਤੀ ਨੂੰ ਸਾਫ਼ ਕਰਨ ਦੇ ਲਈ ਇੱਕ ਉਹ ਜਾਨਵਰ ਬਣਾਏ ਜੋ ਉਸ ਧਰਤੀ ਨੂੰ ਸਾਫ਼ ਔਰ ਸੁਥਰਾ ਰੱਖਦੇ ਆ। ਸੋ ਪ੍ਰਭੂ ਕਹਿੰਦਾ ਉਹਨਾਂ ਨੂੰ ਨਾ ਖਾਓ। ਅਗਰ ਉਹਨਾਂ ਨੂੰ ਮਾਰਾਂਗੇ, ਉਹਨਾਂ ਨੂੰ ਖਾਵਾਂਗੇ, ਤਾਂ ਅਸੀਂ ਆਪਣੇ ਲਈ ਮੌਤ ਖਰੀਦਦੇ ਪਏ ਹਾਂ, ਕਿਉਂਕਿ ਗੰਦਗੀ ਵਧੇ। ਠੀਕ। ਇਸ ਕਰਕੇ ਹਰੇਕ ਚੀਜ਼ ਦੇ ਪਿੱਛੇ ਪ੍ਰਭੂ ਦਾ ਬਹੁਤ ਵੱਡਾ ਕਾਰਨ, ਔਰ ਇਸ ਕਰਕੇ ਸਾਨੂੰ ਉਹਨਾਂ ਚੀਜ਼ਾਂ ਤੋਂ ਉਸਨੇ ਮਨਾ ਕੀਤਾ। ਸੋ ਇਹ ਚੀਜ਼ਾਂ ਅਸੀਂ ਬਾਰ-ਬਾਰ ਜਦੋਂ ਹੁਣ ਗਾਂ ਤੁਰੇ ਜਾਣਾ, ਇਹਨਾਂ ਚੀਜ਼ਾਂ ਨੂੰ ਅਸੀਂ ਬਾਰ-ਬਾਰ ਦੇਖਦੇ ਜਾਣਾ। ਅਸੀਂ ਇਹਨਾਂ ਨੂੰ ਵਿਵਸਥਾ ਸਾਰ ਤੱਕ ਇਹ ਚੀਜ਼ਾਂ ਘੁੰਮ ਕੇ ਸਾਡੇ ਅੱਗੇ ਆਉਣੀਆਂ। ਸੋ ਆਓ 21ਵਾਂ ਚੈਪਟਰ ਦੇਖੀਏ। 21ਵੇਂ ਚੈਪਟਰ ਦੀਆਂ 24 ਆਇਤਾਂ ਅਸੀਂ ਇਹ ਸਾਰੀਆਂ ਪੜ੍ਹ ਲਈਆਂ। ਜਿਸ ਨੂੰ ਮਿਲ ਜਾਓ ਪੜ੍ਹ। ਮੈਂ ਪੜ੍ਹ ਦਿੰਦੀ ਪਾਸਟਰ ਜੀ। ਪ੍ਰੋਹਤਾਂ ਦੀ ਪਵਿੱਤਰਤਾ। ਪ੍ਰਭੂ ਨੇ ਮੂਸਾ ਨੂੰ ਕਿਹਾ, ਤੂੰ ਹਾਰੂਨ ਵੰਸ਼ੀ ਪ੍ਰੋਹਤਾਂ ਨੂੰ ਕਹਿ ਕਿ ਉਹਨਾਂ ਵਿੱਚੋਂ ਕੋਈ ਵੀ ਕਿਸੇ ਦੂਰ ਦੇ ਸੰਬੰਧੀ ਦੇ ਮਰ ਜਾਣ ਤੇ ਉਸ ਕੋਲ ਜਾ ਕੇ ਅਤੇ ਉਸ ਦੇ ਮਰਨ ਦੇ ਸੰਸਕਾਰ ਵਿੱਚ ਹਿੱਸਾ ਲੈ ਕੇ ਆਪਣੇ ਆਪ ਨੂੰ ਅਸ਼ੁੱਧ ਨਾ ਕਰੇ। ਪਰ ਉਹ ਆਪਣੇ ਨੇੜੇ ਦੇ ਸਾਕ ਸੰਬੰਧੀਆਂ, ਮਾਂ ਪਿਓ, ਪੁੱਤਰ, ਧੀ, ਭਰਾ, ਅਣਵਿਆਹੀ ਭੈਣ ਦੇ ਮਰਨ ਦੇ ਸੰਸਕਾਰ ਵਿੱਚ ਹਿੱਸਾ ਲੈ ਸਕਦਾ ਹੈ। ਪਰ ਉਹ ਆਪਣੀ ਪਤਨੀ ਦੇ ਸੰਬੰਧੀਆਂ ਦੇ ਮਰਨ ਸੰਸਕਾਰ ਵਿੱਚ ਜਾ ਕੇ ਆਪਣੇ ਆਪ ਨੂੰ ਅਸ਼ੁੱਧ ਨਾ ਕਰੇ। ਪ੍ਰੋਹਤ ਆਪਣੇ ਸਿਰ ਅਤੇ ਦਾੜੀ ਦੇ ਕਿਸੇ ਦੇ ਵਾਲ ਨਾ ਮੁੰਨੇ। ਉਹ ਆਪਣੇ ਸਰੀਰ ਤੇ ਕਿਸੇ ਤਰ੍ਹਾਂ ਦਾ ਮਾਸ ਕੱਟ ਕੇ ਚਿੰਨ੍ਹ ਨਾ ਬਣਾਵੇ। ਉਹ ਕਿਸੇ ਤਰ੍ਹਾਂ ਵੀ ਆਪਣੇ ਪਰਮੇਸ਼ਵਰ ਦੇ ਨਾਂ ਨੂੰ ਬਦਨਾਮ ਨਾ ਕਰਨ, ਕਿਉਂਕਿ ਮੇਰੇ ਸਾਹਮਣੇ ਪਵਿੱਤਰ ਅਨਾਜ ਦੀ ਭੇਂਟ ਚੜਾਉਂਦੇ ਹਨ। ਉਹ ਪਰਮੇਸ਼ਵਰ ਦੇ ਪਵਿੱਤਰ ਪ੍ਰੋਹਤਾਂ ਹੋਣ ਕਾਰਨ ਨਾ ਤਾਂ ਕਿਸੇ ਵੇਸਵਾ ਨਾਲ ਵਿਆਹ ਕਰਨ, ਨਾ ਹੀ ਵਿਭਚਾਰ ਦੁਆਰਾ ਭ੍ਰਸ਼ਟ ਹੋ ਚੁੱਕੀ ਔਰਤ ਨਾਲ, ਅਤੇ ਨਾ ਹੀ ਤਲਾਕ ਮਿਲੀ ਔਰਤ ਨਾਲ। ਲੋਕ ਵੀ ਆਪਣੇ ਪ੍ਰੋਹਤ ਨੂੰ ਪਵਿੱਤਰ ਮੰਨਣ, ਕਿਉਂਕਿ ਉਹ ਉਹਨਾਂ ਲਈ ਪਵਿੱਤਰ ਅਨਾਜ ਦੀ ਭੇਂਟ ਮੇਰੇ ਸਾਹਮਣੇ ਚੜਾਉਂਦਾ ਹੈ। ਮੈਂ ਪਵਿੱਤਰ ਹਾਂ ਅਤੇ ਤੁਹਾਨੂੰ ਵੀ ਪਵਿੱਤਰ ਕਰਦਾ ਹਾਂ। ਕਿਸੇ ਪ੍ਰੋਹਤ ਦੀ ਧੀ ਜੇਕਰ ਵੇਸਵਾਪਨ ਕਰਕੇ ਆਪਣੇ ਪਿਓ ਨੂੰ ਬਦਨਾਮ ਕਰੇ ਤਾਂ ਉਸਨੂੰ ਅੱਗ ਵਿੱਚ ਸਾੜ ਦਿੱਤਾ ਜਾਵੇ। ਪ੍ਰੋਹਤਾਂ ਵਿੱਚ ਜੋ ਮਹਾਪ੍ਰੋਹਤ ਹੈ, ਜਿਸ ਦਾ ਪਵਿੱਤਰ ਤੇਲ ਨਾਲ ਅਭਿਸ਼ੇਕ ਹੋਇਆ ਹੈ ਅਤੇ ਜੋ ਪ੍ਰੋਥਿਆਈ ਦੀ ਪਵਿੱਤਰ ਕੱਪੜੇ ਪਹਿਨਣ ਲਈ ਅਰਪਿਤ ਕੀਤਾ ਗਿਆ, ਉਹ ਸੋਗ ਕਰਦੇ ਸਮੇਂ ਨਾ ਆਪਣਾ ਸਿਰ ਨੰਗਾ ਰੱਖੇ ਅਤੇ ਨਾ ਹੀ ਆਪਣੇ ਕੱਪੜੇ ਪਾੜੇ। ਉਹ ਕਿਸੇ ਮੁਰਦਾ ਸਰੀਰ ਕੋਲ ਜਾ ਕੇ ਆਪਣੇ ਆਪ ਨੂੰ ਅਸ਼ੁੱਧ ਨਾ ਕਰੇ।
ਇੱਥੋਂ ਕਿ ਉਹ ਆਪਣੇ ਮਾਪਿਓ ਦੇ ਮੁਰਦਾ ਸਰੀਰ ਕੋਲ ਵੀ ਨਾ ਜਾਵੇ, ਅਤੇ ਨਾ ਹੀ ਮੇਰੇ ਪਵਿੱਤਰ ਥਾਂ ਨੂੰ ਛੱਡ ਕੇ ਸੋਗ ਵਾਲੇ ਘਰ ਜਾ ਕੇ ਉਸਨੂੰ ਅਪਵਿੱਤਰ ਕਰੇ, ਕਿਉਂਕਿ ਉਸਦੇ ਸਿਰ ਤੇ ਪਰਮੇਸ਼ਵਰ ਦਾ ਵਾਲਾ ਪਵਿੱਤਰ ਤੇਲ ਹੈ। ਮੈਂ ਪ੍ਰਭੂ ਹਾਂ, ਉਹ ਕੇਵਲ ਕੁਆਰੀ ਔਰਤ ਨਾਲ ਹੀ ਵਿਆਹ ਕਰੇ। ਉਹ ਨਾ ਤਾਂ ਵਿਧਵਾ, ਨਾ ਤਲਾਕ ਹੋਈ ਔਰਤ, ਅਤੇ ਨਾ ਹੀ ਉਸ ਔਰਤ ਨਾਲ ਜਿਸ ਨਾਲ ਕੋਈ ਦੂਜਾ ਮਨੁੱਖ ਸੰਗ ਕਰ ਚੁੱਕਾ ਹੈ, ਅਤੇ ਨਾ ਹੀ ਵੇਸਵਾ ਨਾਲ ਵਿਆਹ ਕਰੇ, ਸਗੋਂ ਕੇਵਲ ਕੁਆਰੀ ਔਰਤ ਨਾਲ ਹੀ, ਜੋ ਉਸਦੇ ਆਪਣੇ ਲੋਕਾਂ ਵਿੱਚੋਂ ਹੈ, ਨਾਲ ਹੀ ਵਿਆਹ ਕਰੇ। ਇਸ ਤਰ੍ਹਾਂ ਉਸਦੀ ਸੰਤਾਨ ਉਸਦੇ ਲੋਕਾਂ ਵਿਚਕਾਰ ਪਵਿੱਤਰ ਹੋਵੇਗੀ। ਮੈਂ ਉਸਦਾ ਪ੍ਰਭੂ ਹੀ ਉਸਨੂੰ ਪਵਿੱਤਰ ਕਰਦਾ ਹਾਂ। ਤਦ ਪ੍ਰਭੂ ਨੇ ਮੂਸਾ ਨੂੰ ਕਿਹਾ, ਤੂੰ ਹਾਰੂਨ ਵੰਸ਼ੀ ਪੁਰੋਹਿਤਾਂ ਨੂੰ ਕਹਿ ਕਿ ਕੋਈ ਮਨੁੱਖ ਵੀ ਜੋ ਅੰਗਹੀਣ ਜਾਂ ਬੱਝ ਵਾਲਾ ਹੈ, ਮੇਰੇ ਸਾਹਮਣੇ ਅਨਾਜ ਦੀ ਭੇਟ ਲੈ ਕੇ ਨਾ ਆਵੇ। ਇਹ ਬੱਝ ਕਿਸੇ ਤਰ੍ਹਾਂ ਦਾ ਵੀ ਕਿਉਂ ਨਾ ਹੋਵੇ, ਅੰਨਾ ਜਾਂ ਲੰਗੜਾ ਜਾਂ ਨੱਕ ਦਾ ਫੀਨਾ ਜਾਂ ਕੋਈ ਅੰਗ ਲੰਮਾ, ਪੈਰ ਜਾਂ ਹੱਥ ਟੁੱਟੇ ਵਾਲਾ ਮਨੁੱਖ, ਜਾਂ ਕੁੱਬਾ ਜਾਂ ਬੋਨਾ ਜਾਂ ਕਾਣਾ ਜਾਂ ਦਦਰ ਵਾਲਾ ਜਾਂ ਖੁਰਕ ਵਾਲਾ, ਨਾ ਨਾਲ ਪਿਸੇ ਵਾਲਾ ਆਦਿ। ਕੋਈ ਪੁਰੋਹਿਤ ਵੀ ਜੋ ਦਾਗੀ ਹੈ, ਕਿਸੇ ਤਰ੍ਹਾਂ ਦੀ ਅੱਗ ਦੁਆਰਾ ਪ੍ਰਭੂ ਅੱਗੇ ਭੇਟ ਨਾ ਚੜਾਵੇ। ਉਹ ਆਪਣੇ ਬੱਝ ਕਾਰਨ ਪਰਮੇਸ਼ਵਰ ਅੱਗੇ ਅਨਾਜ ਦੀ ਭੇਟ ਚੜਾਉਣ ਨਾ ਜਾਵੇ, ਪਰ ਉਹ ਪ੍ਰਭੂ ਦੀ ਪਵਿੱਤਰ ਜਾਂ ਅਤ ਪਵਿੱਤਰ ਰੋਟੀ ਵਿੱਚੋਂ ਖਾ ਸਕਦਾ ਹੈ। ਪਰ ਉਹ ਤੰਬੂ ਦੇ ਅੰਦਰਲੇ ਪਰਦੇ ਜਾਂ ਵੇਦੀ ਦੇ ਲਾਗੇ ਆ ਕੇ ਉਹਨਾਂ ਨੂੰ ਅਪਵਿੱਤਰ ਨਾ ਕਰੇ, ਕਿਉਂਕਿ ਉਹਨਾਂ ਨੂੰ ਮੈਂ ਹੀ ਪਵਿੱਤਰ ਕਰਦਾ ਹਾਂ। ਸੋ ਮੂਸਾ ਨੇ ਸਭ ਗੱਲਾਂ ਹਾਰੂਨ, ਉਸਦੇ ਪੁੱਤਰਾਂ ਅਤੇ ਸਭ ਇਜ਼ਰਾਈਲੀਆਂ ਨੂੰ ਕਹੀਆਂ। ਆਮੀਨ। ਕਿਉਂ ਪ੍ਰਭੂ ਨੇ ਇਹ ਚੀਜ਼ਾਂ ਕਹੀਆਂ? ਇਹਦੇ ਪਿੱਛੇ ਬਹੁਤ ਵੱਡਾ ਕਾਰਨ। ਇਹਦੇ ਵਿੱਚ ਸਭ ਤੋਂ ਵੱਡਾ ਕਾਰਨ ਇਹ ਆ ਕਿ ਇੱਕ ਇਹ ਜਿਹੜਾ ਪੁਰੋਹਿਤ ਆ, ਇਸ ਨੂੰ ਪ੍ਰਭੂ ਨੇ ਚੁਣ ਕੇ ਇੱਕ ਬੜੀ ਹਾਈ ਜਗ੍ਹਾ ਦਿੱਤੀ। ਉਸਦੇ ਜੀਵਨ ਦੀ ਜਿਹੜੀ ਪਵਿੱਤਰਤਾ, ਉਸਦੇ ਬੱਚਿਆਂ ਦੀ ਜੀਵਨ ਦੀ ਜਿਹੜੀ ਪਵਿੱਤਰਤਾ, ਉਹ ਬਹੁਤ ਜ਼ਰੂਰੀ। ਉਹ ਜਿੱਥੇ ਜਾ ਰਹੇ ਆ ਉੱਥੇ ਸਾਰੀਆਂ ਚੀਜ਼ਾਂ ਕੀਤੀਆਂ ਜਾਂਦੀਆਂ। ਉੱਥੇ ਦੋਤਾਂ ਦੀਆਂ ਜਿਹੜੀਆਂ ਕੁੜੀਆਂ ਆ, ਉਹ ਮੰਦਰਾਂ ਦੇ ਵਿੱਚ ਵੈਸ਼ਵਾਗਿਰੀ ਕਰਦੀਆਂ, ਉਹਦੇ ਧਨ ਦਾ ਸਾਧਨ। ਉੱਥੇ ਸਾਰੀਆਂ ਬੁਰਾਈਆਂ ਕੀਤੀਆਂ ਜਾਂਦੀਆਂ। ਸੋ ਪ੍ਰਭੂ ਨੇ ਇੱਕ ਸਟੈਂਡਰਡ ਸੈੱਟ ਕੀਤਾ ਪੁਰੋਹਿਤ ਦੇ ਲਈ ਕਿ ਇਹ ਪਿੱਛੇ ਉਸਨੇ ਕਿਹਾ ਸੀ ਪੁਰੋਹਿਤ ਨੂੰ, ਤੁਸੀਂ ਆਪਣੀਆਂ ਧੀਆਂ ਤੋਂ ਇਸ ਤਰ੍ਹਾਂ ਦਾ ਕੰਮ ਨਾ ਕਰਾਉਣਾ, ਕਿਉਂਕਿ ਜਿੱਥੇ ਤੁਸੀਂ ਜਾ ਰਹੇ ਆ ਉੱਥੇ ਸਭ ਕੁਝ ਹੋ ਗਿਆ। ਜਿੱਥੋਂ ਤੁਸੀਂ ਆਏ ਆ ਤੁਸੀਂ ਉਹਨਾਂ ਵਾਲੇ ਕੰਮ ਨਹੀਂ ਕਰਨੇ, ਜਿੱਥੇ ਤੁਸੀਂ ਜਾ ਰਹੇ ਆ ਤੁਸੀਂ ਉਹਨਾਂ ਵਾਲੇ ਕੰਮ ਨਹੀਂ ਕਰਨੇ। ਜੋ ਮੈਂ ਤੁਹਾਨੂੰ ਕਹਿ ਰਿਹਾ, ਜੋ ਮੈਂ ਤੁਹਾਨੂੰ ਇੱਥੇ ਇੱਕ ਵਿਧੀ ਵਿਧਾਨਤ ਦੇ ਰਿਹਾ, ਇਸ ਵਿਧੀ ਦੇ ਅਨੁਸਾਰ ਤੁਹਾਡੀ ਜ਼ਿੰਦਗੀ ਹੋਣੀ ਚਾਹੀਦੀ। ਔਰ ਹਾਲੇ ਤੱਕ ਅਸੀਂ ਉਸ ਵਿਧੀ ਦੇ ਵਿੱਚ ਕੋਈ ਐਸੀ ਚੀਜ਼ ਨਹੀਂ ਦੇਖੀ ਕਿ ਉਹ ਵਿਧੀ ਨੂੰ ਪੂਰਾ ਕਰਨ ਦੇ ਕਾਰਨ ਕੋਈ ਨੁਕਸਾਨ ਹੁੰਦਾ ਹੋਵੇ। ਹਾਲੇ ਤੱਕ ਪ੍ਰਭੂ ਨੇ ਉਹੀ ਚੀਜ਼ਾਂ ਨਾ ਕਰਨ ਦੇ ਲਈ ਕਹੀਆਂ ਜਿੱਥੇ ਉਹ ਜਾ ਰਹੇ ਆ ਉੱਥੇ ਹੋ ਰਹੀਆਂ, ਔਰ ਉੱਥੇ ਦੀ ਧਰਤੀ ਨੇ ਉਹਨਾਂ ਨੂੰ ਉਗਲੱਛ ਦਿੱਤਾ। ਉੱਥੇ ਦੀ ਧਰਤੀ ਵੀ ਉਹਨਾਂ ਤੋਂ ਤੰਗ ਆਈ ਪਈ ਆ, ਔਰ ਉਹਨਾਂ ਦੀ ਉਸ ਧਰਤੀ ਨੇ ਉਹਨਾਂ ਨੂੰ ਉਗਲੱਛ ਦੇਣਾ। ਇਸ ਕਰਕੇ ਪ੍ਰਭੂ ਇਹ ਕਹਿ ਰਿਹਾ ਕਿ ਤੁਹਾਡੇ ਵਿੱਚ ਇਹ ਕੰਮ ਨਹੀਂ ਹੋਣੇ ਚਾਹੀਦੇ। ਹੁਣ ਉਹ ਵਿਚਾਰੇ ਲੰਗੜੇ ਦਾ, ਲੂਲੇ ਦਾ, ਕਾਣੇ ਦਾ, ਉਹਦਾ ਕੀ ਕਸੂਰ? ਉਹ ਲੇਵੀਆਂ ਦਾ ਬੱਚਾ ਆ, ਲੇਵੀ ਖਾਨਦਾਨ ਦੇ ਵਿੱਚ ਪੈਦਾ ਹੋਇਆ, ਉਹ ਅਨਾਜ ਦੀ ਬਲੀ ਕਿਉਂ ਨਾ ਚੜਾਏ? ਕਹਿਣ ਦਾ ਮਤਲਬ, ਪ੍ਰਭੂ ਦੇ ਕਹਿਣ ਦਾ ਮਤਲਬ ਇਹ ਕਿਤੇ ਇਹ ਨਾ ਹੋਵੇ ਕਿ ਤੁਸੀਂ ਇਹ ਲੰਗੜੇ ਲੂਲੇ ਮੰਦਰਾਂ ਦੇ ਪੁਰੋਹਿਤ ਬਣਾਓ ਤੇ ਤੁਸੀਂ ਆਪ ਜਿਹੜੇ ਚੰਗੇ ਆ, ਤੁਸੀਂ ਪ੍ਰਭੂ ਦੀ ਸੇਵਾ ਦੇ ਲਈ ਅੱਗੇ ਹੀ ਨਾ ਆਓ। ਤੁਸੀਂ ਆਪਣੇ ਬਿਜ਼ਨਸਾਂ ਦੇ ਵਿੱਚੋਂ ਆਓ, ਔਰ ਜਿਹੜਾ ਅਨਪੜ੍ਹ ਮਾੜਾ ਲੂਲਾ ਲੰਗੜਾ ਆ, ਤੁਸੀਂ ਉਹਨੂੰ ਸਾਜ ਬਣਾ ਫੜਾ ਕੇ ਤੇ ਉੱਥੇ ਬਿਠਾ ਦਿਓ ਤੇ ਉਹਦੇ ਨਾਲ ਪ੍ਰਭੂ ਦਾ ਜਿਹੜਾ ਮੰਦਿਰ ਦਾ ਜਿਹੜਾ ਕੰਮ ਉਹਦੇ ਨਾਲ ਚੱਲੇ। ਇਹ ਕਾਰਨ ਸੀ ਕਿ ਪ੍ਰਭੂ ਜਿਸ ਦੇ ਸਰੀਰ ਦੇ ਵਿੱਚ ਬਾਜਾ ਜਾਂ ਕੁਛ ਹੋਰ ਆ, ਕੀ ਪ੍ਰਭੂ ਉਹ ਤੋਂ ਨਫ਼ਰਤ ਕਰਦਾ? ਕੀ ਪ੍ਰਭੂ ਕੋੜੀਆਂ ਨੂੰ ਨਫ਼ਰਤ ਕਰਦਾ? ਅਸੀਂ 2 ਮੂਵੀਆਂ ਦੇ ਹਿੱਸੇ ਅੱਜ ਦੇਖ ਕੇ ਹਟੇ। ਅਸੀਂ 5 ਮਿੰਟ ਦੀਆਂ 2 ਸ਼ੋਅ ਦੇਖੇ ਆ। ਕੀ ਪ੍ਰਭੂ ਨਫ਼ਰਤ ਕਰਦਾ? ਨਹੀਂ। ਕੋੜੀ ਇੱਕ ਆ ਰਿਹਾ, ਪਰ ਉਸਨੇ ਕਿਹਾ ਕਿ ਮੈਨੂੰ ਕਿੰਨੇ ਘੱਲਿਆ? ਉਸਨੇ ਆ ਕੇ ਕਿਹਾ ਕਿ ਮੈਨੂੰ ਜਿੱਥੇ ਤੂੰ ਪਾਣੀ ਤੋਂ ਵਾਈਨ ਬਣਾਈ ਸੀ। ਇਟਸ ਅ ਬਿਊਟੀਫੁਲ ਸ਼ੋ। ਚੋਜ਼ਨ ਆ ਇਹਦਾ ਨਾਮ। 2 ਸੀਜ਼ਨ ਪੂਰੇ ਹੋ ਗਏ। ਅਬਾਊਟ 18 ਮੂਵੀਆਂ ਪੂਰੀਆਂ ਹੋ ਗਈਆਂ ਹੈ, 18 ਦੇ ਕਰੀਬ। ਚੋਜ਼ਨ ਇਸ ਦਾ ਨਾਮ ਹੈ। ਤੁਸੀਂ ਐਪ ਵੀ ਡਾਊਨਲੋਡ ਕਰ ਸਕਦੇ ਹੋ, ਇਟਸ ਫ੍ਰੀ।
ਸੋ ਉਹਦੇ ਵਿੱਚ ਸਾਰੀਆਂ ਮੂਵੀਆਂ ਤੁਸੀਂ ਦੇਖ ਸਕਦੇ ਹੋ। ਉਸਨੇ ਕਿਹਾ ਕਿ ਜਿੱਥੇ ਤੂੰ ਵਿਆਹ ਵਾਲੇ ਘਰ ਤੋਂ ਆਇਆ ਉਹਨੇ ਮੈਨੂੰ ਦੱਸਿਆ ਕਿ ਤੂੰ ਉਹਦੇ ਕੋਲ ਜਾ, ਸੋ ਹੁਣ ਤੂੰ ਮੈਨੂੰ ਮੋੜੀ। ਪਰ ਅਸੀਂ ਦੇਖਿਆ ਕਿ ਕਿੱਦਾਂ ਚੇਲੇ ਕਿੱਦਾਂ ਤੜਫਦੇ, ਮੂੰਹ ਤੇ ਕੱਪੜਾ ਲੈਂਦੇ ਪਏ ਆ, ਪਿੱਛੇ ਹਟਦੇ ਪਏ ਆ, ਉਹਨੂੰ ਧਮਕੀਆਂ ਦਿੰਦੇ ਪਏ। ਪਰ ਕੀ ਪ੍ਰਭੂ ਨੇ कहता कि मैं बहुत पवित्र हाँ तो मैं तेन हथ नहीं लाना। और उत्थे एक औरत है जिहड़ी फुल इकट्ठे करदी पई है, उसने जिसले ओहदी जिंदगी दे विच इह काम हुंदा देखिया ते ओह जाके अपने मित्र नूं लैके आई, जिहड़ा बेचारा जन्म तो ही हुंदा है, उसनूं लैके आई है। कि प्रभु ने उसनूं ना कर दित्ती? इसे करके अज असीं मूवी दा ओह हिस्सा देखिया सी नहीं। तो फिर क्यों ये चीज़ां लिखियां? क्योंकि असीं मंदिर की उस पोजीशन दे उत्ते जिथे पुरोहित दे इन्ने काम, हाले तक तो पुरोहित दे कामां दे बारे असीं पढ़ना ही शुरू किया। जिन्नियां रिस्पोंसिबिलिटियां पुरोहितां नूं दित्तियां गईयां, उस रिस्पोंसिबिलिटी नूं निभाउण दे काबिल भी उसनूं होना चाहिए। पर की प्रभु ने उसनूं अपने घर दे विचों छेक के आया? नहीं। प्रभु कहंदा कि वह पवित्र ते अत पवित्र जगह ते ना जावे, बाहर जिहड़ा तंबू आ उस दे अंदर बैठ के वो जिहड़ी पुरोहितां नूं खाण पीण दे लई मिलदा वो खा पी सके, उसनूं खा पी सके। ठीक। सो इत्थे असीं ये चीज़ देखदे पईआं कि प्रभु दा प्यार उहनां दे लई नहीं मुक्का, लेकिन किते ये लोग लालच दे विच आके उन्हां लोकां नूं उन्हां नूं अग्गे कर देण ते आप पिछे हट जाण, ये भी ना हो। सो प्रभु ने ये एक बड़ा हाई स्टैंडर्ड पुरोहित दे लई सैट किया और उसके अनुसार उसनूं निभाउणा पैना, क्योंकि उसकी संतान ने गां हाई प्रीस्ट बनना, गां उसकी संतान ने पुरोहिताई की सेवा करनी, गां उसकी संतान ने पुरोहिताई की सेवा करनी है। सो इस वेरी इंपोर्टेंट। ये जिहड़े बच्चों नूं बड़ी स्ट्रिक्ट समय दे विच दी बड़ी जिद्दां तुसीं ये कह लो स्ट्रिक्ट इंस्ट्रक्शनस दे नाल पालिया जांदा सी। उन्हां कुड़ियां नूं भी जिहड़ियां पुरोहित दी पत्नी बननी आ उन्हां नूं भी इसे तरह पालिया जांदा सी। उन्हां नूं उन्हां दीयां जिम्मेवारियां समझाईयां जांदियां सी, जिम्मेवारी दे नाल उन्हां नूं पालिया जांदा सी। और फिर हाई प्रीस्ट दी कोई पत्नी बनदी सी, कोई पुरोहित दी पत्नी बनदी सी, क्योंकि जिम्मेवारियां बहुत, रिस्पोंसिबिलिटीज बहुत, राइट। सो इस करके असीं प्रभु दे वचन दे विच ये देखते पए। और हुण असीं बलियां दे विच अगे वधांगे। प्रभु ने उन्हां नूं दसना कि तुसीं किस तरह बलियां देनियां, किहड़ियां बलियां देनियां। वापस असीं उसे दे विच ही आ गए। सो आओ प्रभु ने 22वां चैप्टर उसदियां पहलियां 16 आयतां जिस नूं मिल जाए वो पढ़ लो। मैं पढ़ देनी पास्टर जी। Go ahead, Mary. ਪਵਿੱਤਰ ਬਲੀਆਂ। ਪ੍ਰਭੂ ਨੇ ਮੂਸਾ ਨੂੰ ਕਿਹਾ, ਤੂੰ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਕਹਿ ਕਿ ਉਹ ਮੇਰੇ ਅੱਗੇ ਲੋਕਾਂ ਦੀਆਂ ਚੜਾਈਆਂ ਭੇਟਾਂ ਤੋਂ ਦੂਰ ਰਹਿਣ। ਇਹ ਨਾ ਕਰਨ ਦੁਆਰਾ ਉਹ ਮੇਰਾ ਨਾਂ ਅਪਵਿੱਤਰ ਕਰਦੇ ਹਨ। ਮੈਂ ਪ੍ਰਭੂ ਹਾਂ। ਜੇਕਰ ਉਹਨਾਂ ਵਿੱਚੋਂ ਕੋਈ ਵੀ ਅਪਵਿੱਤਰ ਹਾਲਤ ਵਿੱਚ ਮੇਰੇ ਅੱਗੇ ਚੜਾਈਆਂ ਪਵਿੱਤਰ ਚੀਜ਼ਾਂ ਕੋਲ ਜਾਵੇ ਤਾਂ ਉਹ ਮਨੁੱਖ ਮੇਰੇ ਸਾਹਮਣੇ ਫਿਰ ਕਦੀ ਸੇਵਾ ਦਾ ਕੰਮ ਨਾ ਕਰੇ। ਇਸ ਵਿਧੀ ਦੀ ਤੁਸੀਂ ਪੀੜ੍ਹੀਓਂ ਪੀੜ੍ਹੀ ਪਾਲਣਾ ਕਰਨਾ ਹੈ। ਮੈਂ ਪ੍ਰਭੂ ਹਾਂ। ਹਾਰੂਨ ਵੰਸ਼ੀ ਕੋਈ ਵੀ ਮਨੁੱਖ ਜੋ ਕੋਹੜੀ ਹੈ ਜਾਂ ਜਿਸਨੂੰ ਧਾਤ ਦਾ ਰੋਗ ਹੈ, ਆਪਣੇ ਸ਼ੁੱਧ ਹੋਣ ਤੱਕ ਕਿਸੇ ਪਵਿੱਤਰ ਚੀਜ਼ ਨੂੰ ਨਾ ਖਾਵੇ। ਕੋਈ ਮਨੁੱਖ ਵੀ ਜੋ ਮੁਰਦੇ ਨੂੰ ਛੂਹ ਕੇ ਜਾਂ ਮਣੀ ਡਿੱਗਣ ਕਾਰਨ ਅਸ਼ੁੱਧ ਹੈ, ਜਾਂ ਕਿਸੇ ਅਸ਼ੁੱਧ ਘਿਸਰਨ ਵਾਲੇ ਜੀਵ ਨੂੰ ਛੂਹ ਕੇ ਉਹ ਅਸ਼ੁੱਧ ਹੋ ਚੁੱਕਾ ਹੈ, ਜਾਂ ਕਿਸੇ ਅਸ਼ੁੱਧ ਮਨੁੱਖ ਤੋਂ ਉਹ ਕੋਈ ਚੀਜ਼ ਲੈ ਕੇ ਅਸ਼ੁੱਧ ਹੋ ਚੁੱਕਾ ਹੈ, ਇਹਨਾਂ ਕਾਰਨਾਂ ਕਰਕੇ ਕੋਈ ਵੀ ਅਸ਼ੁੱਧ ਹੋਣ ਵਾਲਾ ਆਦਮੀ ਤਰਕਾਲਾਂ ਤੱਕ ਅਸ਼ੁੱਧ ਰਹੇ ਅਤੇ ਉਹ ਬਿਨਾਂ ਪਵਿੱਤਰ ਇਸ਼ਨਾਨ ਦੇ ਕਰਨ ਤੇ ਕੋਈ ਪਵਿੱਤਰ ਚੀਜ਼ ਵੀ ਨਾ ਖਾਵੇ। ਪਰ ਉਹ ਸੂਰਜ ਡੁੱਬ ਜਾਣ ਤੇ ਸ਼ੁੱਧ ਹੋ ਕੇ ਪਵਿੱਤਰ ਚੀਜ਼ਾਂ ਵਿੱਚੋਂ ਖਾ ਸਕਦਾ ਹੈ, ਕਿਉਂਕਿ ਉਸਦਾ ਭੋਜਨ ਇਹੀ ਹੈ। ਹਾਰੂਨ ਵੰਸ਼ੀ ਕੋਈ ਮਨੁੱਖ ਵੀ ਨਾ ਕਿਸੇ ਮਰੇ ਪਸ਼ੂ ਅਤੇ ਨਾ ਹੀ ਜੰਗਲੀ ਜਾਨਵਰ ਦੁਆਰਾ ਮਾਰੇ ਗਏ ਕਿਸੇ ਪਸ਼ੂ ਦਾ ਮਾਸ ਖਾ ਕੇ ਆਪਣੇ ਆਪ ਨੂੰ ਅਸ਼ੁੱਧ ਕਰੇ। ਮੈਂ ਪ੍ਰਭੂ ਹਾਂ। ਇਸ ਲਈ ਸਭ ਪੁਰੋਹਿਤ ਮੇਰੀਆਂ ਇਹਨਾਂ ਆਗਿਆਵਾਂ ਦੀ ਪਾਲਣਾ ਕਰਨ। ਇਹਨਾਂ ਦੇ ਤੋੜਨ ਤੇ ਪਾਪ ਕਰਕੇ ਉਹ ਮਰ ਸਕਦੇ ਹਨ, ਕਿਉਂਕਿ ਉਹਨਾਂ ਨੂੰ ਪਵਿੱਤਰ ਕਰਨ ਵਾਲਾ ਪ੍ਰਭੂ ਮੈਂ ਹੀ ਹਾਂ। ਪਵਿੱਤਰ ਭੋਜਨ ਵਿੱਚੋਂ ਨਾ ਤਾਂ ਕੋਈ ਪਰਾਇਆ ਖਾ ਸਕਦਾ ਹੈ ਅਤੇ ਨਾ ਹੀ ਪਰਦੇਸੀ ਅਤੇ ਨਾ ਹੀ ਕੋਈ ਮਜ਼ਦੂਰ ਉਸ ਵਿੱਚੋਂ ਖਾ ਸਕਦਾ ਹੈ।
ਪਰ ਪੁਰੋਹਿਤ ਦਾ ਮੁੱਲ ਦੇ ਕੇ ਖਰੀਦਿਆ ਗੁਲਾਮ ਅਤੇ ਉਸਦੇ ਘਰ ਦੀ ਕੋਈ ਵੀ ਸੰਤਾਨ ਉਸ ਭੋਜਨ ਵਿੱਚੋਂ ਖਾ ਸਕਦੀ ਹੈ। ਕਿਸੇ ਪੁਰੋਹਿਤ ਦੀ ਵਿਆਹੀ ਧੀ ਉਸ ਭੋਜਨ ਵਿੱਚੋਂ ਨਹੀਂ ਖਾ ਸਕਦੀ ਹੈ। ਪਰ ਜੇਕਰ ਪੁਰੋਹਿਤ ਦੀ ਧੀ ਵਿਧਵਾ ਜਾਂ ਤਲਾਕਸ਼ੁਦਾ ਹੈ ਅਤੇ ਸੰਤਾਨ ਰਹਿਤ ਹੈ, ਉਹ ਆਪਣੇ ਪਿਓ ਦੇ ਘਰੋਂ ਖਾ ਸਕਦੀ ਹੈ, ਕਿਉਂਕਿ ਉਸਦਾ ਸਹਾਰਾ ਉਹੀ ਹੈ। ਪਰ ਕੋਈ ਪਰਾਇਆ ਮਨੁੱਖ ਪਵਿੱਤਰ ਭੋਜਨ ਵਿੱਚੋਂ ਨਾ ਖਾਵੇ। ਪਰ ਜੇਕਰ ਕੋਈ ਪਰਾਇਆ ਮਨੁੱਖ ਕਿਸੇ ਕਾਰਨ ਪਵਿੱਤਰ ਭੋਜਨ ਖਾ ਲਵੇ ਤਾਂ ਉਹ ਉਸ ਭੋਜਨ ਦਾ ਪੂਰੇ ਮੁੱਲ ਦੇ ਨਾਲ ਪੰਜਵਾਂ ਹਿੱਸਾ ਵੱਧ ਪੁਰੋਹਿਤ ਨੂੰ ਭਰ ਦੇਵੇ। ਸੋ ਪੁਰੋਹਿਤ ਕਿਸੇ ਪਵਿੱਤਰ ਭੋਜਨ ਨੂੰ ਕਿਸੇ ਪਰਾਈ ਨੂੰ ਦੇ ਕੇ ਉਸਨੂੰ ਅਪਵਿੱਤਰ ਨਾ ਕਰੇ, ਨਹੀਂ ਤਾਂ ਪਰਾਇਆ ਮਨੁੱਖ ਇਹ ਕੰਮ ਕਰਨ ਦੁਆਰਾ ਅਪਰਾਧੀ ਠਹਿਰੇਗਾ, ਕਿਉਂਕਿ ਮੈਂ ਹੀ ਉਹਨਾਂ ਨੂੰ ਪਵਿੱਤਰ ਕਰਨ ਵਾਲਾ ਪ੍ਰਭੂ ਹਾਂ। ਆਮੀਨ। ਸੋ ਅਗੇਨ ਅਸੀਂ ਉਹ ਸਰੀਰਕ ਸ਼ੁੱਧੀ ਦੇ ਉੱਤੇ ਆ ਗਏ ਤੇ ਪ੍ਰਭੂ ਨੇ ਕਿਸ ਤਰ੍ਹਾਂ ਆਪਣਿਆਂ ਲੋਕਾਂ ਨੂੰ ਉਹ ਦੱਸਦਾ ਪਿਆ ਕਿ ਤੁਹਾਡੀ ਲਾਈਫ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ। ਅਗਰ ਅਸੀਂ ਇੱਥੇ ਉਹਨਾਂ ਰੋਗਾਂ ਨੂੰ ਦੇਖਦੇ ਹਾਂ ਤੇ ਉਹ ਰੋਗ ਪਹਿਲਾਂ ਮਨ ਤੋਂ ਸ਼ੁਰੂ ਹੁੰਦੇ ਆ, ਮਾਨਸਿਕ ਹੁੰਦੇ ਆ। ਮਾਨਸਿਕਤਾ ਉਹ ਰੋਗ ਲੈ ਕੇ ਆਉਂਦੀ। ਕੋੜ ਦਾ ਰੋਗ ਮਾਨਸਿਕਤਾ ਤੋਂ ਨਹੀਂ ਹੁੰਦਾ, ਬਾਕੀ ਤੇ ਜਿੰਨੇ ਵੀ ਹੈਗੇ ਆ ਜਿਹੜੇ ਦੂਸਰੇ ਰੋਗ ਪ੍ਰਭੂ ਦੱਸਦਾ ਪਿਆ ਉਹ ਮਾਨਸਿਕਤਾ ਤੋਂ। ਸੋ ਪ੍ਰਭੂ ਇਹ ਕਹਿ ਰਿਹਾ ਕਿ ਕਿਸ ਤਰ੍ਹਾਂ ਪੁਰੋਹਿਤ ਦੀ ਆਪਣੀ ਜ਼ਿੰਦਗੀ, ਉਸਦੀ ਸੋਚ ਸ਼ੁੱਧ ਹੋਣੀ ਚਾਹੀਦੀ, ਉਸਦੀ ਜਿਹੜੀ ਸੋਚ ਆ ਉਹ ਸ਼ੁੱਧ ਹੋਣੀ ਚਾਹੀਦੀ ਹੈ। ਅਗਰ ਉਸਦੀ ਸੋਚ ਸ਼ੁੱਧ ਆ ਤੇ ਇਹ ਤਾਂਤ ਜਾਂ ਮਣੀ ਡਿੱਗਣ ਦਾ ਜਿਹੜੀ ਪ੍ਰੋਬਲਮ ਆ ਇਹ ਉਸਨੂੰ ਨਹੀਂ ਆਏਗੀ। ਇਹ ਚੀਜ਼ ਪ੍ਰਭੂ ਕਹਿ ਰਿਹਾ। ਸੋ ਅਗਰ ਉਹ ਇਹਨਾਂ ਚੀਜ਼ਾਂ ਦੇ ਵਿੱਚ ਹੈ ਤਾਂ ਉਹ ਅਸ਼ੁੱਧ ਆ, ਉਹ ਸ਼ਾਮ ਤੱਕ ਅਸ਼ੁੱਧ ਆ। ਕੀ ਕਹਿਣ ਦਾ ਮਤਲਬ ਕਿ ਉਹ ਅਗਰ ਅਗਲੇ ਦਿਨ ਵੀ ਉਸਦੀ ਮਾਨਸਿਕਤਾ ਉਸੇ ਤਰ੍ਹਾਂ ਦੀ ਆ ਤੇ ਫਿਰ ਉਹ ਪ੍ਰੋਤਾਈ ਦਾ ਕੰਮ ਨਹੀਂ ਕਰ ਸਕਦਾ। ਅਸੀਂ ਅੱਗੇ ਜਾ ਕੇ ਦੇਖਣਾ ਤੇ ਏਲੀ ਦੇ ਬੇਟੇ ਉਹ ਕੰਮ ਕਰਦੇ ਸੀ ਤੇ ਪ੍ਰਭੂ ਨੇ ਉਹਨਾਂ ਨੂੰ ਸਜ਼ਾ ਦਿੱਤੀ ਸੀ ਕਿਉਂਕਿ ਉਹ ਕੰਮ ਉਹ ਨਹੀਂ ਕਰ ਸਕਦੇ ਸੀ। ਫਿਰ ਪ੍ਰਭੂ ਦੇ ਅੱਗੇ ਜਿਹੜਾ ਚੜਾਵਾ, ਚੜੀਆਂ ਚੀਜ਼ਾਂ ਹੁੰਦੀਆਂ ਸੀ, ਕਿਸੇ ਨੇ ਪ੍ਰਭੂ ਦੇ ਅੱਗੇ ਕੋਈ ਕੱਪੜਾ ਚੜਾਇਆ ਜਾਂ ਕੋਈ ਹੋਰ ਚੀਜ਼ ਚੜਾਈ, ਉਹ ਪ੍ਰਭੂ ਦੇ ਤੰਬੂ ਦੇ ਵਿੱਚ ਰੱਖਣ ਦੇ ਲਈ ਹੁੰਦੀ ਸੀ, ਪ੍ਰਭੂ ਦੇ ਘਰ ਦੀ ਸੁੰਦਰਤਾ ਵਧਾਉਣ ਦੇ ਲਈ ਹੁੰਦੀ ਸੀ। ਸੋ ਇੱਥੇ ਬੇਸਿਕਲੀ ਪ੍ਰਭੂ ਲੋਕ ਨੂੰ ਕਹਿ ਰਿਹਾ ਕਿ ਜੇ ਤੈਨੂੰ ਕੋਈ ਚੀਜ਼ ਤੰਬੂ 'ਚ ਚੰਗੀ ਲੱਗ ਗਈ ਤੇ ਘਰ ਨੂੰ ਨਹੀਂ ਲੈ ਜਾਣੀ, ਉਹ ਪ੍ਰਭੂ ਦੇ ਘਰ ਦੇ ਲਈ ਚੜਾਈ ਗਈ। ਜੇ ਮੰਨ ਲਓ ਕਿ ਕਿਸੇ ਦੇ ਕੋਲ ਬਹੁਤ ਸੁੰਦਰ ਜਾਨਵਰ ਆ ਔਰ ਉਸਦੀ ਜਿਹੜੀ ਖਾਲ ਆ ਉਹ ਬਹੁਤ ਸੁੰਦਰ ਆ, ਉਸਨੇ ਪ੍ਰਭੂ ਦੇ ਘਰ ਚੜਾ ਦਿੱਤੀ। ਔਰ ਕਿਉਂਕਿ ਹੁਣ ਜਿਹੜਾ ਉੱਤੇ ਤੰਬੂ ਬਣਿਆ ਜਿਹਦੇ ਉੱਤੇ ਦੀ ਖੱਲਾਂ ਪਾਈਆਂ ਆ ਉਹ ਹੁਣ ਸਦਾ ਤੱਕ ਤਾਂ ਨਹੀਂ ਰਹਿਣੀਆਂ, ਉਹਨਾਂ ਨੂੰ ਚੇਂਜ ਕਰਨਾ ਪੈਣਾ। ਸੋ ਲੋਕ ਜਿਹੜੀਆਂ ਚੜਾਵੇ ਲਿਆਉਂਦੇ ਸੀਗੇ ਉਹ ਜਿਹੜੇ ਤੰਬੂ ਦੇ ਆਲੇ ਦੁਆਲੇ ਕੱਪੜੇ ਜਾਂ ਲੱਕੜੀ, ਜਾਂ ਕਿਸੇ ਨੇ ਦੇਖਿਆ ਕਿ ਉਸਨੂੰ ਉਹ ਸੁੰਦਰ ਲੱਕੜੀ ਮਿਲੀ, ਉਸਨੇ ਲਿਆ ਕੇ ਪ੍ਰਭੂ ਨੂੰ ਚੜਾ ਦਿੱਤੀ ਕਿ ਅਗਰ ਜਿਹੜੀ ਚੇਂਜ ਕਰਨੀ ਪਵੇ ਤਾਂ ਉਹ ਉਹਨਾਂ ਦੇ ਕੋਲ ਆ। ਸੋ ਪ੍ਰਭੂ ਇਹ ਕਹਿ ਰਿਹਾ ਕਿ ਉਹਨਾਂ ਦੇ ਨਾਲ ਆਪਣੇ ਤੰਬੂ ਨਹੀਂ ਬਣਾਉਣ ਲੱਗ ਪਏ, ਉਹ ਪ੍ਰਭੂ ਦੇ ਘਰ ਦੇ ਲਈ ਆ। ਉਸ ਬੰਦੇ ਨੇ ਪ੍ਰਭੂ ਦੇ ਘਰ ਦੇ ਲਈ ਚੜਾਈ, ਸੋ ਉਸਨੂੰ ਪ੍ਰਭੂ ਦੇ ਘਰ ਦੇ ਲਈ ਹੀ ਵਰਤਿਆ ਜਾਵੇ। ਦੈਟ ਇਜ਼ ਦਾ ਮੇਨ ਚੀਜ਼ ਉਹ ਪ੍ਰਭੂ ਕਹਿ ਰਿਹਾ। ਲਾਲਚ ਜਿਹੜੇ ਹੈਗੇ ਉਹਨਾਂ ਤੋਂ ਪ੍ਰਭੂ ਛੁਡਾ ਰਿਹਾ ਪ੍ਰੋਤਾਂ ਨੂੰ। ਸੋ ਅੱਗੇ ਜਾ ਕੇ ਇਸ ਲਈ ਅਸੀਂ ਦੇਖਦੇ ਪਏ ਹੈਗੇ ਆ ਤੇ ਉਸਨੇ ਭੋਜਨ ਦੇ ਨਿਯਮ ਦਿੱਤੇ। ਜਿਹੜੀ ਹੁਣ ਅਗਰ ਪ੍ਰੋਹਤ ਦੀ ਬੇਟੀ ਵਿਆਹ ਹੋ ਕੇ ਚਲੀ ਗਈ ਆ ਔਰ ਉਹ ਜਿਸ ਦੇ ਨਾਲ ਵਿਆਹੀ ਆ ਉਹ ਪ੍ਰੋਹਤ ਨੇ, ਉਹ ਲੇਵੀ ਆ ਪਰ ਪ੍ਰੋਹਤ ਨਹੀਂ। ਬਹੁਤ ਸਾਰੇ ਜਿਹੜੇ ਲੇਵੀ ਸੀਗੇ ਪਰ ਪ੍ਰੋਹਤ ਨਹੀਂ, ਉਹ ਬਾਹਰਲੇ ਹੋਰ ਕੰਮ ਸਾਰੇ ਕਰਦੇ ਸੀ, ਹੋਰ ਸਾਰਾ ਜਿਹੜਾ ਸੰਭਾਲ ਦਾ ਕੰਮ ਸੀ ਉਹ ਕਰਦੇ ਸੀ, ਪਰ ਉਹ ਅੰਦਰ ਜਿਹੜੇ ਲੇਵੀ ਪ੍ਰੋਹਤ ਸੀ ਉਹ ਨਹੀਂ ਸੀ। ਸੋ ਪ੍ਰਭੂ ਨੇ ਕਿਹਾ ਕਿ ਅਗਰ ਕੋਈ ਬੇਟੀ ਕੁਨਬੇ ਚੋਂ ਬਾਹਰ ਵਿਆਹੀ ਗਈ ਹੈ ਉਹ ਪ੍ਰੋਹਤਾਈ ਦਾ ਖਾਣਾ ਨਹੀਂ ਖਾ ਸਕਦੀ। ਕਿਉਂ? ਕਿਉਂਕਿ ਉਹ ਪ੍ਰੋਹਤਾਂ ਦੇ ਲਈ ਇਨਫ ਹੁੰਦਾ ਸੀ। ਪਰ ਅਗਰ ਕੋਈ ਭੁੱਖਾ ਧਿਆਇਆ ਆ ਗਿਆ ਘਰ ਦੇ ਵਿੱਚ, ਜਿਸ ਤਰ੍ਹਾਂ ਦਾਊਦ ਨੇ ਪ੍ਰੋਹਤਾਂ ਦੀ ਰੋਟੀ ਜੋ ਖਾਧਾ ਸੀ, ਗਾਂ ਜਾ ਕੇ ਅਸੀਂ ਦੇਖਣਾ, ਅਗਰ ਕੋਈ ਭੁੱਖਾ ਧਿਆਇਆ ਆ ਗਿਆ ਤੇ ਉਹ ਰੋਟੀ ਖਾ ਸਕਦਾ। ਪਰ ਫਿਰ ਉਹਦੇ ਲਈ ਜੋ ਪ੍ਰੋਤਸਾਹਨ ਉਸਨੇ ਦੇਣਾ, ਜੋ ਵੀ ਉਸਦੀ ਉਹਨੇ ਕੀਮਤ ਸੋਚੀ ਆ
ਉਸ ਤੋਂ ਗਾ 5ਵਾਂ ਹਿੱਸਾ ਹੋਰ ਜ਼ਿਆਦਾ ਦੇ ਕੇ ਤਾਂ ਉਸ ਦੀ ਕੀਮਤ ਉਹ ਬਹੁਤ ਨਹੀਂ ਦੇ ਦਿੰਦੇ, ਜਿਸ ਦੇ ਨਾਲ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਹੋਣ। That's what basically is. So ਆਓ ਅਸੀਂ 17 ਤੋਂ ਲੈ ਕੇ ਇਸ ਨੂੰ ਅਸੀਂ 33 ਤੱਕ ਦੇਖੀਏ। ਥੋੜਾ ਤੇਜ਼ ਮੈਂ ਤਾਂ ਜਾ ਰਿਹਾ ਕਿਉਂਕਿ ਇਹ ਸਾਰੀਆਂ ਚੀਜ਼ਾਂ ਅਸੀਂ ਦੁਬਾਰਾ ਦੇਖਣੀਆਂ, ਉੱਥੇ ਜਾ ਕੇ ਥੋੜਾ ਜਿਹਾ ਇਹਨਾਂ ਦੇ ਵਿੱਚ ਰੁਕਾ। 17 ਤੋਂ ਲੈ ਕੇ 33 ਤੱਕ। ਪ੍ਰਭੂ ਨੇ ਮੂਸਾ ਨੂੰ ਕਿਹਾ, ਤੂੰ ਹਾਰੂਨ ਉਸ ਦੇ ਪੁੱਤਰਾਂ ਸਭ ਇਸਰਾਈਲੀਆਂ ਅਤੇ ਉਹਨਾਂ ਦੇ ਵਿੱਚ ਰਹਿ ਰਹੇ ਪਰਦੇਸੀਆਂ ਨੂੰ ਕਹਿ ਕਿ ਜਦੋਂ ਉਹ ਆਪਣੀ ਕੋਈ ਵੀ ਬਲੀ ਚੜਾਉਣ, ਚਾਹੇ ਉਹ ਕਿਸੇ ਸੁਖਨਾ ਦੇ ਕਾਰਨ ਚੜਾਈ ਹੋਵੇ ਜਾਂ ਮਨ ਦੀ ਖੁਸ਼ੀ ਕਾਰਨ ਹੋਮ ਬਲੀ ਪ੍ਰਭੂ ਅੱਗੇ ਚੜਾਈ ਹੋਵੇ, ਪਰ ਇਸ ਦੇ ਲਈ ਜੋ ਵੀ ਪਸ਼ੂ ਵਰਤਿਆ ਹੋਵੇ, ਬਲਦ ਜਾਂ ਭੇਡ ਜਾਂ ਬੱਕਰੀ, ਉਹ ਵੱਜ ਰਹਿਤ ਹੋਵੇ, ਕਿਉਂਕਿ ਕੋਈ ਵੀ ਵੱਜ ਵਾਲੀ ਚੀਜ਼ ਮੈਂ ਸਵੀਕਾਰ ਨਹੀਂ ਕਰਾਂਗਾ। ਇਸੇ ਤਰ੍ਹਾਂ ਕੋਈ ਵੀ ਮੇਲ ਬਲੀ ਇੱਜੜ ਵਿੱਚੋਂ ਚੜਾਈ ਗਈ ਵੱਜ ਵਾਲੀ ਨਾ ਹੋਵੇ। ਉਹ ਪਸ਼ੂ ਨਾ ਅੰਨਾ, ਨਾ ਟੁੰਡਾ, ਨਾ ਲੂਲਾ, ਨਾ ਮੋਕੇ ਵਾਲਾ ਅਤੇ ਨਾ ਦੱਦਰ ਵਾਲਾ ਅਤੇ ਨਾ ਖੁਰਕ ਕਰਨ ਵਾਲਾ ਹੋਵੇ, ਜਿਸ ਨੂੰ ਤੁਸੀਂ ਬੇਦੀ ਤੇ ਪ੍ਰਭੂ ਸਾਹਮਣੇ ਚੜਾਉਣਾ ਹੋਵੇ। ਕੋਈ ਬਲਦ ਜਾਂ ਲੇਲਾ ਜਾਂ ਜਿਸ ਦਾ ਕੋਈ ਅੰਗ ਵੱਡਾ ਜਾਂ ਛੋਟਾ ਹੈ, ਤੁਸੀਂ ਖੁਸ਼ੀ ਦੀ ਭੇਟ ਲਈ ਚੜਾ ਸਕਦੇ ਹੋ, ਪਰ ਕਿਸੇ ਸੁੱਕੀ ਭੇਟ ਲਈ ਨਹੀਂ। ਨਲਾਂ ਦੀ ਸੱਟ ਲੱਗਿਆ ਜਾਂ ਫਿਸਿਆ ਜਾਂ ਭੱਜਿਆ ਜਾਂ ਫਟਿਆ ਹੋਇਆ ਪਸ਼ੂ ਵੀ ਤੁਸੀਂ ਪ੍ਰਭੂ ਦੇ ਅੱਗੇ ਭੇਟ ਦੇ ਰੂਪ ਵਿੱਚ ਨਾ ਚੜਾਉਣਾ। ਕਿਸੇ ਪਰਦੇਸੀ ਤੋਂ ਲਏ ਪਸ਼ੂ ਨੂੰ ਵੀ ਮੇਰੇ ਸਾਹਮਣੇ ਭੇਟ ਨਾ ਕਰਨ, ਕਿਉਂਕਿ ਉਹ ਆਪਣੀ ਜਾਤ ਦੇ ਵੱਖ ਹੋਣ ਕਾਰਨ ਅਪਵਿੱਤਰ ਹੈ। ਪ੍ਰਭੂ ਨੇ ਮੂਸਾ ਨੂੰ ਅੱਗੇ ਕਿਹਾ, ਕਿਸੇ ਪਸ਼ੂ ਦਾ ਬੱਚਾ ਉਸ ਦੇ ਜਨਮ ਪਿੱਛੋਂ 7 ਦਿਨਾਂ ਤੱਕ ਉਸ ਦੀ ਮਾਂ ਨਾਲੋਂ ਵੱਖ ਨਾ ਕਰਨਾ। 8ਵੇਂ ਦਿਨ ਇਸ ਦੀ ਤੁਸੀਂ ਪ੍ਰਭੂ ਅੱਗੇ ਭੋਜ ਬਲੀ ਕਰਕੇ ਚੜਾ ਸਕਦੇ ਹੋ। ਤੁਸੀਂ ਕਿਸੇ ਗਾਂ ਨੂੰ ਉਸ ਦੇ ਬੱਚੇ ਨਾਲ, ਭੇਡ ਨੂੰ ਉਸ ਦੇ ਲੇਲੇ ਨਾਲ ਅਤੇ ਬੱਕਰੀ ਨੂੰ ਉਸ ਦੇ ਬਠੋਰੇ ਨਾਲ ਬਲੀ ਨਾ ਕਰਨਾ, ਅਰਥਾਤ ਮਾਂ ਬੱਚੇ ਨੂੰ ਇਕੱਠਿਆਂ ਬਲੀ ਨਾ ਚੜਾਉਣਾ। ਕਿਸੇ ਵੀ ਧੰਨਵਾਦੀ ਭੇਡ ਨੂੰ ਚੜਾਉਣ ਸਮੇਂ ਮੇਰੇ ਦੱਸੇ ਨਿਯਮਾਂ ਦੀ ਪਾਲਣਾ ਕਰਨਾ, ਤਾਂ ਉਹ ਸਵੀਕਾਰ ਕੀਤੀ ਜਾਵੇਗੀ। ਉਹ ਬਲੀ ਉਸ ਦਿਨ ਖਾਧੀ ਜਾਵੇ, ਅਗਲੀ ਸਵੇਰ ਤੱਕ ਉਸ ਵਿੱਚੋਂ ਪਿੱਛੇ ਕੁਝ ਰੱਖਿਆ ਜਾਵੇ। ਪਤਾ ਨਹੀਂ ਪਾਸੇ 'ਚ ਰੱਖਿਆ ਨਾ ਜਾਵੇ, ਉਹਨਾਂ 'ਚ ਰੱਖਿਆ ਜਾਵੇ। ਪ੍ਰਭੂ ਨੇ ਅੱਗੇ ਕਿਹਾ, ਮੈਂ ਪ੍ਰਭੂ ਅਗਲੀ ਸਵੇਰ ਤੱਕ ਉਸ ਵਿੱਚੋਂ ਪਿੱਛੇ ਕੁਝ ਨਾ ਰੱਖਿਆ ਜਾਵੇ। ਉੱਥੇ ਕੱਟ ਹੋਇਆ ਹੈ ਨਹੀਂ ਮੇਰੀ ਬਾਈਬਲ 'ਚ। ਪ੍ਰਭੂ ਨੇ ਅੱਗੇ ਕਿਹਾ, ਮੈਂ ਪ੍ਰਭੂ ਹਾਂ, ਤੁਸੀਂ ਮੇਰੀਆਂ ਸਭ ਆਗਿਆਵਾਂ ਮੰਨਣਾ। ਤੁਸੀਂ ਕਿਸੇ ਤਰ੍ਹਾਂ ਵੀ ਮੇਰੇ ਨਾਂ ਨੂੰ ਬਦਨਾਮ ਨਾ ਕਰਨਾ, ਸਗੋਂ ਸਾਰਾ ਇਸਰਾਏਲ ਮੇਰੇ ਪਵਿੱਤਰ ਨਾਂ ਨੂੰ ਮੰਨੇ। ਮੈਂ ਹੀ ਪ੍ਰਭੂ ਹਾਂ ਜੋ ਤੁਹਾਨੂੰ ਪਵਿੱਤਰ ਕਰਦਾ ਹਾਂ। ਮੈਂ ਤੁਹਾਨੂੰ ਮਿਸਰ ਦੇਸ਼ ਤੋਂ ਕੱਢ ਕੇ ਲਿਆਇਆ ਕਿ ਤੁਸੀਂ ਮੈਨੂੰ ਆਪਣਾ ਪਰਮੇਸ਼ਰ ਮੰਨੋ। ਮੈਂ ਹੀ ਪ੍ਰਭੂ ਹਾਂ। ਆਮੀਨ। ਆਮੀਨ। ਇਹਨਾਂ ਬਲੀਆਂ ਨੂੰ ਅਸੀਂ ਬਲੀਆਂ ਨਹੀਂ ਦਿੰਦੇ, ਯਹੂਦੀ ਵੀ ਹੁਣ ਬਲੀਆਂ ਨਹੀਂ ਦਿੰਦੇ ਕਿਉਂਕਿ ਮੰਦਰ ਹੈ ਨੀਗਾ, ਲੇਕਿਨ ਸਾਡੇ ਮੁਸਲਿਮ ਭੈਣ ਭਰਾ ਬਲੀਆਂ ਦਿੰਦੇ। ਮੈਂ ਤੁਹਾਨੂੰ ਉਹਨਾਂ ਦੀ ਬਲੀਆਂ ਦੀ ਮੰਡੀ ਦਿਖਾਉਣਾ। ਉਹਨਾਂ ਦੀ ਈਦ ਆ ਰਹੀ ਆ ਔਰ ਉਹਨਾਂ ਦੀ ਜਿਹੜੀ ਬਲੀਆਂ ਦੀ ਮੰਡੀ ਆ, ਤੁਸੀਂ ਉੱਥੇ ਦੇਖੋਗੇ ਕਿ ਕਿਸ ਤਰ੍ਹਾਂ ਦੇ ਉਹ ਜਾਨਵਰ ਲੈ ਕੇ ਆਏ ਹੋ। ਲੈਟ ਮੀ ਸ਼ੋ ਯੂ ਦੈਟ। अस्सलाम वालेकुम नाज़रीन, बिस्मिल्लाह चैनल की तरफ से एक नई वीडियो के साथ ईद उल कुर्बानी के सिलसिले में आप यहाँ देख सकते हैं बैस कॉलोनी मवेशी मंडी है और ये बड़ा खूबसूरत जानवर है इस वक्त और ये बहुत ही नहायत ही बेहतरीन रेट के ऊपर दे रहे हैं। जिस किसी ने भी ख़रीदना है वो जल्द अज जल्द भाई साहब से रब्ता कर रहे हैं। 3.5 मन का जानवर 1,20,000 रुपये तक ये दे रहे हैं। ये आप देख सकते हैं यहाँ पर ये जानवर भाई से मैंने अभी पूछा था, जो भाई के यहाँ के From Palestine to Pakistan, from Syria to Somalia,
We fed a तो पिछली वीडियो में जो है वो अब्दुल सलाम भाई को बड़े लोगों ने कमेंट्स किए उल्टे पुल्टे कि जी बड़े पैसे मांगते हैं अब्दुल सलाम भाई। अब्दुल सलाम भाई कितने दांत है ये वाला? और कितने पैसे मांगते हैं इसके? 12 लाख कल्ले का? ठीक हो गया। और ये वाला तो भी धुंध है। अब जरा ऐसे पलटा लें आप उधर को। और बस अब्दुल सलाम भाई इसके कितने मांगते हैं? 6.5। माशाल्लाह बहुत खूबसूरत है जी, शाइन के अंदर है। कुछ नहीं कहूँगा मैं, टीका नहीं लगाऊंगा, डॉक्टर नहीं, बस ऐसे ही। अब्दुल सलाम भाई ज़रा ऐसे ही पोज करें ज़रा सही वाला, ये होगी पिक्चर। ठीक हो गया अब्दुल सलाम भाई। यार ज़रा छन ज़रा। माशाल्लाह से ये ब्रीड पता नहीं क्या है बट है बहुत। क्या दंदों की है क्या? कितने पैसे मांग? ना यार ना, बगैरत नहीं है। ਤੁਸੀਂ ਦੇਖ ਸਕਦੇ ਕਿੰਨੇ ਸੁੰਦਰ ਜਾਨਵਰ, ਇਹ ਸਾਰੀ ਈਦ ਦੇ ਲਈ ਹੈ। ਇਹਨਾਂ ਸਾਰਿਆਂ ਨੂੰ ਕੁਰਬਾਨ ਕੀਤਾ ਜਾਣਾ। 12 ਲੱਖ 6 ਲੱਖ ਦਾ ਜਾਨਵਰ। ਔਰ ਇਸ ਕਰਕੇ ਜਿਸਲੇ ਅਸੀਂ ਇੱਥੇ ਪੜ੍ਹਦੇ ਪਏ ਤੇ ਪ੍ਰਭੂ ਨੇ ਕਿਹਾ ਕਿ ਮੇਰੇ ਲਈ ਲੰਗੜਾ ਲੂਲਾ ਜਾਨਵਰ ਨਹੀਂ ਲੈ ਕੇ, ਮੇਰੇ ਲਈ ਉਹ ਜਾਨਵਰ ਲੈ ਕੇ ਆਉਣਾ ਕਿ ਤੇਰੀ ਜੇਬ ਨੂੰ ਪਤਾ ਲੱਗੇ ਕਿ ਮੈਂ ਪ੍ਰਭੂ ਦੇ ਅੱਗੇ ਕੁਝ ਚੜਾਉਣ ਜਾ ਰਿਹਾ। ਉਹਦੇ ਨਾਲੋਂ ਇੱਕ ਵਧੀਆ ਆਟੇ ਦੀ ਮੁੱਠ ਲਿਆ, ਪਰ ਤੂੰ ਮੇਰੇ ਅੱਗੇ ਅਪੰਗ ਜਾਨਵਰ ਨਹੀਂ ਚੜਾਉਣਾ, ਆਲਰੇਡੀ ਮਰਿਆ ਜਾਨਵਰ ਨਹੀਂ ਚੜਾਉਣਾ। ਤੂੰ ਉਹ ਜਾਨਵਰ ਨਹੀਂ ਚੜਾਉਣਾ ਜਿਹੜਾ ਲੂਲਾ ਅੰਨਾ ਕਾਣਾ, ਉਹ ਨਹੀਂ ਲੈ ਕੇ ਆਉਣਾ। ਤੇ ਚਲੋ ਇਸ ਨੂੰ ਪ੍ਰਭੂ ਨੂੰ ਚੜਾ ਦੇ, ਜਿਸ ਤਰ੍ਹਾਂ ਪ੍ਰਭੂ ਨੇ ਕਿਹਾ ਸੀਗਾ ਕਿ ਤੁਸੀਂ ਆਪਣੇ ਉਹ ਬੱਚੇ ਜਿਹੜੇ ਅੰਗਹੀਨ ਆ ਉਹਨਾਂ ਨੂੰ ਪ੍ਰੋਤਾਈ ਦੀ ਸੇਵਾ ਦੇ ਲਈ ਨਹੀਂ ਲਾਉਣਾ ਕਿ ਅੱਛਾ ਇਹ ਹੋਰ ਤਾਂ ਕਿਸੇ ਕੰਮ ਦਾ ਨਹੀਂ, ਇਹਨੂੰ ਪ੍ਰੋਤਾਈ ਦੀ ਸੇਵਾ ਦੇ ਲਈ ਲਾ ਲੈਂਦੇ ਆ। ਇਸੇ ਤਰ੍ਹਾਂ ਪ੍ਰਭੂ ਜਿਸਲੇ ਬਲੀ ਦੇ ਲਈ ਕਹਿ ਰਿਹਾ ਤੇ ਇਹ ਕਹਿ ਰਿਹਾ। ਔਰ ਇਹ ਜਿਹੜੀ ਮੰਡੀ ਅਸੀਂ ਪਾਕਿਸਤਾਨ ਦੇ ਵਿੱਚ ਦੇਖਦੇ ਹਾਂ, ਔਰ ਅਗਰ ਤੁਸੀਂ ਪਾ ਕੇ ਦੇਖੋਗੇ ਇੰਨੇ ਸੁੰਦਰ ਜਾਨਵਰ ਤੁਸੀਂ ਆਪਣੀ ਜ਼ਿੰਦਗੀ 'ਚ ਕਦੇ ਨਹੀਂ ਦੇਖੇ, ਇੰਨੇ ਸੋਹਣੇ ਔਰ ਇੰਨੇ ਪਿਆਰ ਦੇ ਨਾਲ ਪਾਲੇ ਜਾਨਵਰ। ਐਡਾ ਵੱਡਾ ਦੇਖੋ ਬੁੱਲ ਸੀਗਾ, ਜਿੱਦਾਂ ਸੀਗਾ, ਤੇ ਉਹ ਕਿਸ ਤਰ੍ਹਾਂ ਉਹਦੇ ਮੋਢੇ ਦੇ ਉੱਤੇ ਆਪਣਾ ਮੂੰਹ ਰੱਖ ਕੇ ਤੇ ਕਿੰਨੇ ਪਿਆਰ ਦੇ ਨਾਲ ਖੜਾ ਹੈ। ਇੱਥੋਂ ਪਤਾ ਲੱਗਦਾ ਕਿ ਕਿੰਨੇ ਪਿਆਰ ਦੇ ਨਾਲ ਉਹ ਜਾਨਵਰ ਪਾਲੇ, ਕਿੰਨੇ ਪਿਆਰ ਦੇ ਨਾਲ ਉਹ ਜਾਨਵਰ। ਔਰ ਪ੍ਰਭੂ ਕਹਿੰਦਾ ਕਿ ਤੂੰ ਉਹ ਮੇਰੇ ਲਈ ਲੈ ਕੇ ਆਉਣਾ। ਤੇਰੇ 'ਚ ਇੱਕ ਪਵਿੱਤਰਤਾ ਹੋਣੀ ਚਾਹੀਦੀ, ਤੇਰੇ ਦਿਲ ਨੂੰ ਪਤਾ ਹੋਣਾ ਚਾਹੀਦਾ ਸਾਰਾ ਸਾਲ ਤੂੰ ਮੇਰੇ ਲਈ ਉਹ ਜਾਨਵਰ ਪਾਲਣਾ। ਬੱਚਿਆਂ ਵਾਂਗੂ ਪਾਲਦੇ ਸੀ ਇਹਨਾਂ ਨੂੰ, ਜਿੱਥੋਂ ਉਹ ਆਪ ਖਾਂਦੇ ਸੀ ਉੱਥੋਂ ਹੀ ਖਾਣਾ ਉਹ ਜਾਨਵਰ ਖਾਂਦਾ ਸੀ ਉਹਨਾਂ ਦੇ ਨਾਲ। ਔਰ ਇੱਥੇ ਅਸੀਂ ਇਹ ਚੀਜ਼ ਦੇਖਦੇ ਪਏ ਹਾਂ ਕਿ ਤੇਰਾ ਜਿਹੜਾ ਮਨ ਆ ਉਹ ਮੇਰੇ ਲਈ ਸੋਹਣੀ ਤੋਂ ਸੁੰਦਰ ਚੀਜ਼ ਲੈ ਕੇ ਆਏ। ਜੇ ਤੂੰ ਨਹੀਂ ਅਫੋਰਡ ਕਰਦਾ ਤੇ ਤੂੰ ਇੱਕ ਆਟੇ ਦੀ ਮੁੱਠ ਲੈ ਕੇ ਆ, ਪਰ ਉਹ ਵੀ ਐਨ ਮਹੀਨ ਪੀਸਿਆ ਮੈਦੇ ਦੀ ਮੁੱਠ, ਮੈਂ ਉਹ ਸਵੀਕਾਰ ਕਰ, ਮੈਂ ਤੇਰੀ ਬਲੀ ਸਵੀਕਾਰ ਕਰ, ਤਾਂ ਕਿ ਕੋਈ ਵੀ ਇਨਸਾਨ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆ ਸਕੇ। ਅਮੀਰ ਤੋਂ ਅਮੀਰ, ਗਰੀਬ ਤੋਂ ਗਰੀਬ ਦੇ ਲਈ ਪ੍ਰਭੂ ਨੇ ਉਹ ਦਰਵਾਜ਼ਾ ਜਿਹੜਾ ਸੀ ਆਪਣਾ ਖੋਲਿਆ ਸੀ, ਖੋਲ ਕੇ ਰੱਖਿਆ ਸੀ। ਔਰ ਉਹਨਾਂ ਨੂੰ ਇਹ ਚੀਜ਼ ਪ੍ਰਭੂ ਬਾਰ-ਬਾਰ ਉਹਨਾਂ ਨੂੰ ਕਹਿ ਰਿਹਾ, ਤਾਂ ਕਿ ਜਿਸ ਵੇਲੇ ਵੀ ਪ੍ਰਭੂ ਦੀ ਉਹ ਹਜ਼ੂਰੀ ਦੇ ਵਿੱਚ ਜਾਣ ਔਰ ਜਿਸ ਲਈ ਆਪਣਾ ਬੈਸਟ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਲੈ ਕੇ ਜਾਣ, ਕਿਉਂਕਿ ਪ੍ਰਭੂ ਨੇ ਆਪਣਾ ਬੈਸਟ ਉਹਨਾਂ ਨੂੰ ਦੇਣਾ। ਪ੍ਰਭੂ ਨੇ ਕੋਈ ਉਹਨਾਂ ਨੂੰ ਟੁੱਟਿਓ ਖੰਭਾਂ ਵਾਲਾ ਜਿਹੜਾ ਫਰਿਸ਼ਤਾ ਨਹੀਂ ਦੇਣਾ,
ਕਿ ਇਹ ਮੈਂ ਤੁਹਾਡੀ ਮੁਕਤੀ ਲਈ ਦਿੱਤਾ। ਪ੍ਰਭੂ ਨੇ ਆਪਣਾ ਪੁੱਤਰ ਦੇਣਾ, ਉਸਨੇ ਆਪਣਾ ਪੁੱਤਰ ਦੇਣਾ, ਉਸ ਦੀ ਬਲੀ ਜਿਹੜੀ ਆ ਉੱਥੇ ਦਿੱਤੀ ਜਾਣੀ, ਜਿਹੜੀ ਸਵੀਕਾਰ ਹੋਣੀ ਆ ਪਾਪਾਂ ਦੇ ਲਈ। ਇਹ ਤਾਂ ਦਿਖਾਵੇ ਆ, ਇਹ ਤਾਂ ਸਿਰਫ ਪਰਛਾਵੇਂ ਆ ਜਿਹੜੀਆਂ ਚੀਜ਼ਾਂ ਅਸੀਂ ਦੇਖਦੇ ਹਾਂ, ਇਹ ਅਸਲੀ ਦੇ ਪਰਛਾਵੇਂ। ਸੋ ਅਸੀਂ ਅੱਗੇ ਆਓ ਅੱਗੇ ਦੇਖੀਏ। ਹੁਣ ਪ੍ਰਭੂ ਨੇ ਉਹਨਾਂ ਨੂੰ ਉਹਨਾਂ ਦੇ ਤਿਉਹਾਰ ਦੇਣੇ ਆ। ਸੋ ਅਸੀਂ ਅੱਜ ਸਿਰਫ ਪੜਾਂਗੇ 23ਵਾਂ ਭਾਗ ਉਸਦੀ 1 ਆਇਤ ਤੋਂ ਲੈ ਕੇ 14 ਤੱਕ ਪੜਾਂਗੇ, ਔਰ ਕੱਲ ਨੂੰ ਇਸ ਨੂੰ ਖੋਲ ਕੇ ਦੇਖਾਂਗੇ। ਜਿਸ ਨੂੰ ਪ੍ਰਭੂ ਨੇ ਮੂਸਾ ਨੂੰ ਕਿਹਾ, ਤੂੰ ਇਸਰਾਏਲੀ ਲੋਕਾਂ ਨੂੰ ਮੇਰੇ ਠਹਿਰਾਏ ਹੋਏ ਇਹਨਾਂ ਪਵਿੱਤਰ ਤਿਉਹਾਰਾਂ ਦੇ ਬਾਰੇ ਦੱਸ। ਤੁਸੀਂ 6 ਦਿਨ ਕੰਮ ਧੰਦਾ ਕਰਨਾ, ਪਰ 7ਵਾਂ ਦਿਨ ਸਬਤ ਅਰਥਾਤ ਪਵਿੱਤਰ ਆਰਾਮ ਦਾ ਦਿਨ ਹੈ। ਇਹ ਪਵਿੱਤਰ ਇਕੱਠ ਦਾ ਦਿਨ ਹੈ, ਇਸ ਲਈ ਇਸ ਦਿਨ ਤੁਸੀਂ ਕੋਈ ਕੰਮ ਨਾ ਕਰਨਾ। ਇਸ ਦਿਨ ਨੂੰ ਤੁਸੀਂ ਹਰ ਥਾਂ ਪ੍ਰਭੂ ਨੂੰ ਸਬਤ ਕਰਕੇ ਮਨਾਉਣਾ। ਇਹਨਾਂ ਤਿਉਹਾਰਾਂ ਬਾਰੇ ਤੂੰ ਸਭ ਲੋਕਾਂ ਨੂੰ ਦੱਸ। ਫਸਹ ਅਤੇ ਅਖਮੀਰੀ ਰੋਟੀ ਦਾ ਤਿਉਹਾਰ। ਪਹਿਲੇ ਮਹੀਨੇ ਦੇ 14ਵੇਂ ਦਿਨ ਦੀਆਂ ਤਰਕਾਲਾਂ ਦੇ ਸਮੇਂ ਤੁਸੀਂ ਪ੍ਰਭੂ ਦੇ ਫਸਹ ਦਾ ਤਿਉਹਾਰ ਮਨਾਉਣਾ। ਉਸੇ ਮਹੀਨੇ ਦੇ 15ਵੇਂ ਦਿਨ ਤੁਸੀਂ ਅਖਮੀਰੀ ਰੋਟੀ ਦਾ ਤਿਉਹਾਰ ਮਨਾਉਣਾ। 7 ਦਿਨਾਂ ਤੱਕ ਤੁਸੀਂ ਅਖਮੀਰੀ ਰੋਟੀ ਖਾਣਾ। ਇਹਨਾਂ ਦਿਨਾਂ ਵਿੱਚੋਂ ਪਹਿਲੇ ਦਿਨ ਤੁਸੀਂ ਪਵਿੱਤਰ ਇਕੱਠ ਕਰਨਾ। ਉਸ ਦਿਨ ਤੁਸੀਂ ਕੋਈ ਮਿਹਨਤ ਵਾਲਾ ਕੰਮ ਨਾ ਕਰਨਾ, ਪਰ ਇਹਨਾਂ 7 ਦਿਨਾਂ ਵਿੱਚ ਹੀ ਤੁਸੀਂ ਅੱਗ ਦੁਆਰਾ ਪ੍ਰਭੂ ਅੱਗੇ ਬਲੀ ਚੜਾਉਣਾ। 7ਵੇਂ ਦਿਨ ਫਿਰ ਪਵਿੱਤਰ ਇਕੱਠ ਕਰਨਾ ਅਤੇ ਉਸ ਦਿਨ ਵੀ ਤੁਸੀਂ ਕੋਈ ਮਿਹਨਤ ਵਾਲਾ ਕੰਮ ਨਾ ਕਰਨਾ। ਪ੍ਰਭੂ ਨੇ ਮੂਸਾ ਨੂੰ ਅੱਗੇ ਕਿਹਾ, ਤੂੰ ਇਸਰਾਏਲੀ ਲੋਕਾਂ ਨੂੰ ਕਹਿ ਕਿ ਜਦੋਂ ਉਸ ਧਰਤੀ ਉੱਤੇ ਪਹੁੰਚ ਜਾਣ ਜੋ ਮੈਂ ਉਹਨਾਂ ਨੂੰ ਦੇਣ ਵਾਲਾ ਹਾਂ, ਤਾਂ ਉੱਥੇ ਜਦੋਂ ਆਪਣੀ ਫਸਲ ਦੇ ਪਹਿਲੇ ਫਲ ਦਾ ਪੂਲਾ ਤੁਸੀਂ ਪੁਰੋਹਿਤ ਕੋਲ ਲੈ ਕੇ ਆਵੋ, ਤਾਂ ਪੁਰੋਹਿਤ ਸਬਤ ਤੋਂ ਅਗਲੇ ਦਿਨ ਇਹ ਪੂਲਾ ਪ੍ਰਭੂ ਦੇ ਅੱਗੇ ਹਿਲਾ ਕੇ ਚੜਾਵੇ ਅਤੇ ਪ੍ਰਭੂ ਤੁਹਾਨੂੰ ਸਵੀਕਾਰ ਕਰੇਗਾ। ਉਸੇ ਦਿਨ ਤੁਸੀਂ ਹੋਮ ਬਲੀ ਦੇ ਤੌਰ ਤੇ ਇੱਕ ਬਜ ਰਹਿਤ 1 ਸਾਲ ਦਾ ਲੇਲਾ ਵੀ ਪ੍ਰਭੂ ਅੱਗੇ ਭੇਟ ਕਰਨਾ। ਇਸ ਦੇ ਨਾਲ ਹੀ ਕੋਈ 2 ਕਿਲੋ ਮੈਦਾ ਤੇਲ ਵਿੱਚ ਮਿਲਿਆ ਅਨਾਜ ਦੀ ਭੇਟ ਦੇ ਰੂਪ ਵਿੱਚ ਅਤੇ ਕੋਈ 1 ਲੀਟਰ ਦਾਖਸਾਰ ਪ੍ਰਭੂ ਦੇ ਅੱਗੇ ਪੀਣ ਦੀ ਭੇਟ ਕਰਕੇ ਚੜਾਉਣਾ। ਤੁਸੀਂ ਆਪਣੀ ਨਵੀਂ ਫਸਲ ਦੇ ਫਲ ਕਿਸੇ ਰੂਪ ਵਿੱਚ ਵੀ ਕੱਚਾ ਜਾਂ ਪੱਕਾ ਉਸ ਵਿੱਚੋਂ ਨਾ ਖਾਣਾ, ਜਦੋਂ ਤੱਕ ਕਿ ਇਹ ਪ੍ਰਭੂ ਦੇ ਸਾਹਮਣੇ ਪਹਿਲਾਂ ਭੇਟ ਨਾ ਹੋ ਚੁੱਕੇ। ਇਸ ਵਿਧੀ ਦੀ ਤੁਸੀਂ ਪੀੜ੍ਹੀਓਂ ਪੀੜ੍ਹੀ ਪਾਲਣਾ ਕਰਨਾ। ਆਮੀਨ। ਤੁਸੀਂ ਦੇਖੋ ਕਿ ਪ੍ਰੋਤ ਦਾ ਜਿਹੜਾ ਕਬੀਲਾ ਆ ਉਹ ਸੇਵਾ ਦੇ ਵਿੱਚ ਆ। ਹੁਣ ਬੇਸਿਕਲੀ ਇਹ ਮੈਂ ਤੁਹਾਨੂੰ ਲੱਗਾ ਦਿਖਾਉਣ ਵੀ ਇਹ ਕੀ ਹੁੰਦਾ ਪਿਆ। ਅਗਰ ਸਾਰੀ ਕੌਮ ਆਪਣੇ ਖੇਤ ਦੇ ਵਿੱਚੋਂ ਇੱਕ ਪੂਲਾ ਲੈ ਕੇ ਆਉਂਦੀ ਪਈ ਆ, ਤੇ ਪ੍ਰੋਤ ਦੇ ਕੋਲ ਵੀ ਉਸਦੇ ਉਹ ਆਪਣੇ ਜਾਨਵਰਾਂ ਦੇ ਪਾਉਣ ਦੇ ਲਈ ਔਰ ਉਹਨਾਂ ਦੇ ਵਿੱਚੋਂ ਜਿਹੜੇ ਦਾਣੇ ਨਿਕਲਣੇ ਆ, ਉਹ ਸਮਥਿੰਗ ਉਹਦੇ ਕੋਲ ਇੱਕ ਤਰ੍ਹਾਂ ਦਾ ਇੱਕ ਪਾਸੇ ਪਿਆ ਹੈ। ਕਿਉਂਕਿ ਪ੍ਰੋਤ ਦੀ ਜ਼ਿੰਮੇਵਾਰੀ ਇਹ ਵੀ ਸੀ ਕਿ ਉਹਨਾਂ ਨੇ ਜਿਹੜੇ ਅਨਾਥਾਂ, ਵਿਧਵਾਵਾਂ ਔਰ ਬਿਮਾਰਾਂ ਦੀ ਸੰਭਾਲ ਉਹਨਾਂ ਨੇ ਕਰਨੀ ਆ, ਔਰ ਉਸੇ ਅੰਨ ਦੇ ਵਿੱਚੋਂ ਉਹ ਸਾਰੀ ਸੇਵਾ ਕੀਤੀ ਜਾਂਦੀ ਸੀ। ਉਹ ਜਿਹੜਾ ਮੰਦਿਰ ਦੇ ਵਿੱਚ ਇਕੱਠਾ ਹੁੰਦਾ ਸੀ। ਸੋ ਇਹ ਜਿਹੜਾ ਪਹਿਲਾ ਫਲ ਇਕੱਠਾ ਹੋ ਰਿਹਾ, ਇਹ ਇਸ ਕਰਕੇ ਇਕੱਠਾ ਹੋ ਰਿਹਾ ਕਿ ਉਹਨਾਂ ਨੇ ਉਹ ਸਾਰਾ ਜਿਹੜਾ ਸਾਂਭ ਸੰਭਾਲ ਲੋਕਾਂ ਦੀ ਕਰਨੀ ਆ, ਔਰ ਉਹਨਾਂ ਦੇ ਆਪਣੇ ਪਰਿਵਾਰ ਦੀ। ਦੈਟ ਇਜ਼ ਦਾ ਮੇਨ। ਔਰ ਜਿਹੜਾ ਦੂਸਰਾ ਜਿਹੜਾ ਇਹ ਹਰ ਹਫ਼ਤੇ ਜਿਹੜਾ ਇਹ ਵੀ ਇੱਕ ਤਿਉਹਾਰ ਪ੍ਰਭੂ ਨੇ ਕਿਹਾ, ਜਿਹੜਾ ਹਫ਼ਤੇ ਬਾਅਦ ਅਸੀਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਇਕੱਠੇ ਹੁੰਦੇ ਹਾਂ, ਔਰ ਅਸੀਂ ਸਤੰਬਰ ਤੋਂ ਆਪਣੀ ਚਰਚ ਸ਼ੁਰੂ ਕਰ ਦੇਣੀ ਆ ਦੁਆਰਾ। ਅਸੀਂ ਜਿਹੜਾ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆਪਣਾ ਸਮਾਂ ਕੱਢ ਕੇ ਅਸੀਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆਉਂਦੇ ਹਾਂ। ਇਹ ਇੱਕ ਪ੍ਰਭੂ ਦਾ ਤਿਉਹਾਰ ਆ ਜਿਹੜਾ ਹਰੇਕ 7ਵੇਂ ਦਿਨ ਅਸੀਂ ਯਾਦ ਕਰਦੇ ਹਾਂ ਪ੍ਰਭੂ ਨੂੰ, ਔਰ ਇਹ ਸਾਡੇ ਆਰਾਮ ਦੇ ਲਈ, ਸਾਡੇ ਪ੍ਰਭੂ ਦੇ ਵਚਨ ਦੇ ਲਈ, ਇੱਕ ਦੂਜੇ ਨੂੰ ਮਿਲਣ ਦੇ ਲਈ ਇਹ ਤਿਉਹਾਰ ਜਿਹੜਾ ਇਹਨੂੰ ਤਿਉਹਾਰ ਕਰਕੇ ਪ੍ਰਭੂ ਕਹਿੰਦਾ ਮਨਾਉਣਾ ਹਰੇਕ 7ਵੇਂ ਦਿਨ। ਔਰ ਫਿਰ ਉਸ ਤੋਂ ਬਾਅਦ ਕਿਉਂਕਿ ਪ੍ਰਭੂ ਆਪਣੇ ਲੋਕਾਂ ਨੂੰ ਛੁਡਾ ਕੇ ਲੈ ਕੇ ਆਇਆ ਸੀ, ਪਸਾਹ ਦੇ ਤਿਉਹਾਰ ਨੂੰ ਉਹਨਾਂ ਨੇ ਅੱਗੇ ਜਾ ਕੇ ਦੁਆਰਾ ਫਿਰ ਖੋਲਣਾ। ਪਸਾਹ ਦਾ ਤਿਉਹਾਰ ਜਿਸ ਵੇਲੇ ਪ੍ਰਭੂ ਆਪਣੇ ਲੋਕਾਂ ਨੂੰ ਉੱਥੋਂ ਛੁਟਕਾਰਾ ਦੇ ਕੇ ਲੈ ਕੇ ਆਇਆ ਸੀ, ਸੋ ਪ੍ਰਭੂ ਕਹਿੰਦਾ ਉਸ ਨੂੰ ਵੀ ਤੁਸੀਂ ਇੱਕ ਤਿਉਹਾਰ ਦੀ ਤਰ੍ਹਾਂ ਮਨਾਉਣਾ। ਤੁਸੀਂ 7 ਦਿਨ ਅਖਮੀਰੀ ਰੋਟੀ ਖਾਣੀ। ਕਿਉਂ? ਉੱਥੋਂ ਜਿਸ ਵੇਲੇ ਉਹ ਤੁਰੇ ਸੀ ਤਾਂ ਅਖਮੀਰੀ ਰੋਟੀ ਦੇ ਨਾਲ ਉਹ ਤਿਉਹਾਰ ਉਹਨਾਂ ਨੇ ਮਨਾਇਆ ਸੀ, ਔਰ ਉੱਥੋਂ ਉਹ ਆਟਾ, ਅਖਮੀਰਾ ਆਟਾ ਉਹ ਲੈ ਕੇ ਉਹ ਤੁਰੇ ਸੀਗੇ। ਇਸ ਤੋਂ ਪਹਿਲਾਂ ਤੇ ਉਹ ਆਟਾ ਖਮੀਰਾ ਹੁੰਦਾ ਤੇ ਉਹਨਾਂ ਲੋਕਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਥੋਂ ਨਿਕਲ ਜਾਓ, ਇੱਥੋਂ ਬਸ ਚਲੇ ਜਾਓ। ਸੋ ਉਹ ਜਿਸ ਵੇਲੇ ਉੱਥੋਂ ਨਿਕਲ ਕੇ ਆ ਰਹੇ ਆ,
ਤਾਂ ਉਹਨਾਂ ਦਾ ਜਿਹੜਾ ਆਟਾ ਆ ਉਹ ਉਹਨਾਂ ਦੇ ਕੋਲ ਆ, ਸੋ ਉਸ ਨੂੰ ਖਮੀਰੀ ਰੋਟੀ ਦਾ ਤਿਉਹਾਰ ਕਿਹਾ ਜਾਂਦਾ। ਔਰ ਉਹ ਉਹਨਾਂ ਨੇ ਰਸਤੇ ਦੇ ਵਿੱਚ 7 ਦਿਨ ਖਾਧਾ, ਜਿਹੜਾ ਜਿਸ ਵੇਲੇ ਉਹ ਤੁਰੇ ਆ, ਜਦੋਂ ਤੱਕ ਕਿ ਉਹ ਲਾਲ ਸਾਗਰ ਤੱਕ ਪਹੁੰਚੇ ਉਹਨਾਂ ਨੇ ਉਹਦੇ ਵਿੱਚੋਂ ਹੀ ਖਾਧਾ ਸਾਰਾ ਕੁਛ, ਖਮੀਰੀ ਰੋਟੀ ਖਾਧੀ। ਇਸ ਕਰਕੇ ਪ੍ਰਭੂ ਨੇ ਉਹ ਇੱਕ ਯਾਦਾਸ਼ਤ ਦਾ ਦਿਨ ਹੁੰਦਾ ਸੀ। ਔਰ ਜਿਸ ਲਈ ਪ੍ਰਭੂ ਉਹਨਾਂ ਨੂੰ ਕਹਿੰਦਾ ਪਿਆ ਕਿ ਤੁਸੀਂ ਇਹਨਾਂ ਚੋਂ ਪਹਿਲੇ ਦਿਨ ਨੂੰ ਇਕੱਠ ਕਰਨਾ। ਕਾਹਦੇ ਵਾਸਤੇ ਇਕੱਠ ਕਰਨਾ? ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਯਾਦ ਕਰ, ਔਰ ਉਸ ਤੋਂ ਬਾਅਦ ਹਰ ਦਿਨ ਇੱਕ ਇੱਕ ਚੀਜ਼ ਨੂੰ ਯਾਦ ਕਰਦੇ ਤੁਰੇ ਆਉਣਾ ਕਿ ਪ੍ਰਭੂ ਨੇ ਸਾਡੇ ਲਈ ਉਹ ਜਿਹੜਾ ਪਾਣੀ ਸੀਗਾ ਨੀਲ ਦਰਿਆ ਦਾ, ਉਹ ਸਾਰਾ ਪਾਣੀ ਪ੍ਰਭੂ ਨੇ ਖੂਨ ਬਣਾ ਦਿੱਤਾ ਸੀ। ਪਰ ਸਾਡਿਆਂ ਮੱਟਾਂ ਦੇ ਵਿੱਚ ਪਾਣੀ ਜਿਹੜਾ ਸੀ ਉਹ ਪੀਣ ਦੇ ਯੋਗ ਸੀ। ਇਸੇ ਤਰ੍ਹਾਂ ਉਹਨਾਂ ਬੜਾਵਾਂ ਨੂੰ ਯਾਦ ਕਰਨਾ, ਪਰ ਨਾਲ ਨਾਲ ਇਹ ਯਾਦ ਕਰਨਾ ਕਿ ਉਹ ਬੜਾ ਜਿੱਥੇ ਅਸੀਂ ਸੀਗੇ ਉੱਥੇ ਨਹੀਂ, ਪ੍ਰਭੂ ਦਾ ਹੱਥ ਸਾਡੇ ਨਾਲ ਸੀ। ਸੋ ਉਹਨਾਂ ਚੀਜ਼ਾਂ ਨੂੰ ਯਾਦ ਕਰਨ ਦੇ ਲਈ ਪ੍ਰਭੂ ਨੇ ਉਹਦੇ ਅਨੁਸਾਰ ਹੀ ਉਹਨਾਂ ਨੂੰ ਤਿਉਹਾਰ ਦਿੱਤੇ। ਅਸੀਂ ਕੀ ਮਨਾਉਂਦੇ ਹਾਂ? ਅਸੀਂ ਗੁੱਡ ਫਰਾਈਡੇ ਮਨਾਉਂਦੇ ਹਾਂ, ਅਸੀਂ ਕ੍ਰਿਸਮਸ ਦਾ ਦਿਨ ਮਨਾਉਂਦੇ ਹਾਂ, ਅਸੀਂ ਇਸੇ ਤਰ੍ਹਾਂ ਈਸਟਰ ਦਾ ਦਿਨ ਮਨਾਉਂਦੇ ਹਾਂ ਜਦੋਂ ਪ੍ਰਭੂ ਮੁਰਦਿਆਂ ਦੇ ਵਿੱਚੋਂ ਜਿਉਂਦਾ ਹੋਇਆ। ਇਹ ਸਾਡੇ 3 ਵੱਡੇ ਤਿਉਹਾਰ ਆ ਜਿਹੜੇ ਅਸੀਂ ਮਨਾਉਂਦੇ ਹਾਂ। ਫਿਰ ਅਸੀਂ ਹਰੇਕ ਮਹੀਨੇ ਪ੍ਰਭੂ ਨੂੰ ਯਾਦ ਕਰਦੇ ਜਿਸ ਲਈ ਅਸੀਂ ਪ੍ਰਭੂ ਭੋਜ ਲੈਂਦੇ ਹਾਂ। ਅਸੀਂ 7ਵੇਂ ਦਿਨ ਜਿਹੜਾ ਪ੍ਰਭੂ ਦੇ ਘਰ ਜਾਂਦੇ ਹਾਂ, ਉਹ ਸਾਡਾ ਮੇਲ ਮਿਲਾਪ ਦਾ ਤਿਉਹਾਰ ਆ, ਜਿਹੜਾ ਐਜ਼ ਅ ਕੰਗਰੀਗੇਸ਼ਨ, ਐਜ਼ ਅ ਪ੍ਰਭੂ ਦੇ ਲੋਕ ਅਸੀਂ ਇਕੱਠੇ ਹੁੰਦੇ ਹਾਂ ਔਰ ਪ੍ਰਭੂ ਦੇ ਵਿੱਚ ਪ੍ਰਭੂ ਦੀ ਦਇਆ ਦੇ ਵਿੱਚ ਔਰ ਉਸ ਦੇ ਰਹਿਮ ਦੇ ਵਿੱਚ ਅਸੀਂ ਇਕੱਠੇ ਹੁੰਦੇ, ਇੱਕ ਦੂਜੇ ਲਈ ਦੁਆ ਕਰਦੇ ਹਾਂ, ਇੱਕ ਦੂਜੇ ਦੀ ਗੱਲ ਸੁਣਦੇ ਹਾਂ, ਪ੍ਰਭੂ ਦਾ ਵਚਨ ਸੁਣਦੇ ਹਾਂ। ਸੋ ਉਹਨਾਂ ਚੀਜ਼ਾਂ ਨੂੰ ਨਾਲ ਲੈ ਕੇ ਅਸੀਂ ਜਿਸ ਲਈ ਚੱਲਦੇ ਹਾਂ। ਇਹ ਸਾਰੇ ਤਿਉਹਾਰ ਜਿਹੜੇ ਪ੍ਰਭੂ ਨੇ ਸਾਨੂੰ, ਕੱਲ ਨੂੰ 23ਵੇਂ ਚੈਪਟਰ ਨੂੰ ਆਪਾਂ ਦੁਬਾਰਾ ਦੇਖਾਂਗੇ ਔਰ ਇਸ ਦੇ ਵਿੱਚੋਂ ਪਰਸੋਂ ਨੂੰ ਇਸ ਨੂੰ ਦੁਬਾਰਾ ਦੇਖਾਂਗੇ ਔਰ ਫਿਰ ਅਸੀਂ ਇਹਨਾਂ ਦੇ ਵਿੱਚ 3-4 ਤਿਉਹਾਰ ਦਿੱਤੇ ਜਾਣੇ। ਅਸੀਂ ਸਾਰਾ ਆਪਣਾ ਧਿਆਨ ਉਹਨਾਂ ਤਿਉਹਾਰਾਂ ਦੇ ਉੱਤੇ ਲਾਵਾਂਗੇ। ਪਿਆਰੇ ਪ੍ਰਭੂ, ਤੇਰਾ ਬਹੁਤ ਸ਼ੁਕਰ ਕਰਦੇ ਹਾਂ ਤੇਰੀ ਦਇਆ ਦੇ ਲਈ, ਤੇਰੇ ਪਿਆਰ ਦੇ ਲਈ। ਖੁਦਾਵੰਦ, ਅਸੀਂ ਕਿਸ ਤਰ੍ਹਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਤੂੰ ਸਾਡੇ ਉੱਤੇ ਰਹਿਮ ਦਇਆ ਕਰਨ ਵਾਲਾ ਪ੍ਰਭੂ, ਕਿਸ ਤਰ੍ਹਾਂ ਪ੍ਰਭੂ ਜੀ ਤੂੰ ਆਪਣੇ ਲੋਕਾਂ ਨੂੰ ਇੱਕ ਨਵੇਂ ਤੌਰ ਤੇ ਨਵਾਂਪਨ ਦੇ ਰਿਹਾ, ਕਿਸ ਤਰ੍ਹਾਂ ਖੁਦਾਵੰਦ ਤੂੰ ਉਹਨਾਂ ਨੂੰ ਇੱਕ ਨਵੇਂ ਤਿਉਹਾਰ ਦੇ ਰਿਹਾ। ਸਾਰੇ ਦੇ ਸਾਰੇ ਉਹਨਾਂ ਦੇ ਤਿਉਹਾਰ ਨਵੇਂ ਪ੍ਰਭੂ ਜੀ, ਉਹਨਾਂ ਦਾ ਪ੍ਰਭੂ ਜੀ ਇੱਕ ਜੀਵਨ ਦਾ ਇੱਕ ਨਵਾਂ ਤਰੀਕਾ, ਜਿੱਥੋਂ ਉਹ ਆਏ ਆ ਉਹ ਵੀ ਨਹੀਂ, ਜਿੱਥੇ ਜਾ ਰਹੇ ਆ ਉਹ ਵੀ ਨਹੀਂ, ਪਰ ਪ੍ਰਭੂ ਦੇ ਲੋਕਾਂ ਦਾ ਜੀਵਨ। ਅਸੀਂ ਤੇਰਾ ਸ਼ੁਕਰ ਕਰਦੇ ਹਾਂ ਇਸ ਦੇ ਲਈ। ਪਿਆਰੇ ਪ੍ਰਭੂ, ਆਪਣੇ ਸਰੀਰ ਨੂੰ, ਆਪਣੇ ਮਨ ਨੂੰ, ਤਨ ਨੂੰ, ਆਤਮਾ ਨੂੰ ਅਸੀਂ ਤੇਰੇ ਹੱਥਾਂ ਦੇ ਵਿੱਚ ਦਿੰਦੇ ਹਾਂ। ਜਦ ਤੱਕ ਅਸੀਂ ਦੁਆਰਾ ਮਿਲੀਏ ਪ੍ਰਭੂ ਜੀ, ਤੇਰੀ ਹਜ਼ੂਰੀ ਸਾਡੇ ਸਭ ਦੇ ਨਾਲ ਬਣੀ। ਬੁਰੇ ਔਰ ਬੁਰਾਈ ਤੋਂ ਸਾਨੂੰ ਬਚਾ ਕੇ ਰੱਖਣਾ, ਆਪਣੇ ਵਚਨ ਦੇ ਵਿੱਚ ਬਣਾ ਕੇ ਰੱਖਣਾ। ਮਸੀਹ ਯਿਸੂ ਦੇ ਮਿੱਠੇ ਔਰ ਪਿਆਰੇ ਨਾਮ ਸਾਰੇ ਭੈਣ ਬਲੈਸ ਯੂ। ਪ੍ਰਭੂ ਤੁਹਾਨੂੰ ਬਰਕਤ ਦੇ ਔਰ ਤੁਹਾਡੇ ਨਾਲ